ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਚੌਥਾ। ਰਾਮ ਜਨਾ ਮਿਲ ਭਇਆ ਆਨੰਦਾ, ਹਰ ਨੀਕੀ ਕਥਾ ਸੁਨਾਏ। ਦੁਰਮਤ ਮੈਲ ਗਈ ਸਭ ਨੀਕਲ, ਸਤ ਸੰਗਤ ਮੇਲ ਬੁੱਧ ਪਾਏ। ਰਾਮ ਜਨਾ ਮਿਲ ਭਇਆ ਆਨੰਦਾ, ਹਰ ਨੀਕੀ ਕਥਾ ਸੁਨਾਏ। ਦੁਰਮਤ ਮੈਲ ਗਈ ਸਭ ਨੀਕਲ, ਸਤ ਸੰਗਤ ਮੇਲ ਬੁੱਧ ਪਾਏ। ਰਾਮ ਜਨ ਗੁਰਮਤਿ ਰਾਮ ਬੋਲਾਏ, ਜੋ ਜੋ ਸੁਣੈ ਕਹੈ ਸੋ ਮੁਕਤਾ, ਰਾਮ ਜਪਤ ਸੋਹਾਏ। ਰਹਾਉ ਜੇ ਵੱਡ ਭਾਗ ਹੋਵੈ ਮੁਖ ਮਸਤਕ, ਹਰ ਰਾਮ ਜਨਾ ਭੇਟਾਏ। ਦਰਸ਼ਨ ਸੰਤ ਦੇਹੋ ਕਰ ਕਿਰਪਾ, ਸਭ ਦਾਲਦ ਦੁਖ ਲਹਿ ਜਾਏ। ਹਰ ਕੇ ਲੋਗ ਰਾਮ ਜਨ ਨੀਕੇ, ਭਾਗਹੀਣ ਨਾ ਸੁਖਾਏ। ਜਿਉ ਜਿਉ ਰਾਮ ਕਹੈ ਜਨ ਊਚੇ, ਨਰ ਨਿੰਦਕ ਡੰਸ ਲਗਾਏ। ਧ੍ਰਿਗ ਧ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਭਾਏ, ਹਰ ਕੇ ਸਖਾ ਸਖਾਏ। ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪੈਜ ਨਾ ਪਾਏ। ਦਇਆ ਦਇਆ ਕਰ ਰਾਖੋ ਹਰ ਜੀਓ, ਹਮ ਦੀਨ ਤੇਰੀ ਸਰਣਾਏ। ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਦਇਆ ਦਇਆ ਕਰ ਰਾਖੋ ਹਰ ਜੀਓ, ਹਮ ਦੀਨ ਤੇਰੀ ਸਰਣਾਏ। ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਰੋਜ਼ਾਨਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਅੰਮ੍ਰਿਤ ਗੁਰਬਾਣੀ ਕੀਰਤਨ ਔਰ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਤੋਂ ਹੁਕਮ ਰੂਪ ਸ਼ਬਦ ਬਖਸ਼ਿਸ਼ ਕਰਦੇ ਨੇ, ਉਸ ਦੀ ਵਿਚਾਰ ਆਪ ਜੀ ਸਰਵਣ ਕਰ ਦੇਖੋ। ਅੱਜ ਸਤਿਗੁਰੂ
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਨੇ ਸਮੁੱਚੀ ਮਾਨਵਤਾ ਦੇ ਉਧਾਰ ਲਈ ਆਪਣੀ ਮੁਬਾਰਕ ਰਸਨਾ ਤੋਂ ਜੋ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਮਕਲੀ ਰਾਗ ਵਿੱਚ ਦਰਜ ਹੈ, ਇਹ ਸਤਿਗੁਰਾਂ ਨੇ ਅੱਜ ਹੁਕਮ ਰੂਪ ਬਖਸ਼ਿਸ਼ ਕੀਤਾ ਹੈ। ਇਸ ਸ਼ਬਦ ਦੇ ਅੰਦਰ 3 ਬਚਨ ਮਹਾਰਾਜ ਜੀ ਨੇ ਕੀਤੇ ਨੇ। ਇੱਕ ਬਚਨ ਤਾਂ ਹੈ ਕਿ ਜਿਹੜੇ ਪਾਰ ਬ੍ਰਹਮ ਪਰਮੇਸ਼ਵਰ ਜੀ ਦਾ ਭਜਨ ਕਰਨ ਵਾਲੇ ਸਾਰੀਆਂ ਥਾਵਾਂ ਤੇ ਰਮੇ ਹੋਏ ਸਰਬ ਵਿਆਪਕ ਰਾਮ ਜੀ, ਉਸ ਰਮਈਆ ਜੀ ਦੇ ਜਿਹੜੇ ਭਜਨ ਸਿਮਰਨ ਨਾਮ ਜਪਦੇ ਨੇ, ਉਹਨਾਂ ਪ੍ਰਭੂ ਜਨਾਂ ਰਾਮ ਜਨਾਂ ਨੂੰ ਮਿਲ ਕੇ ਆਨੰਦ ਹੁੰਦਾ ਹੈ। ਉਹ ਫਿਰ ਪਰਮੇਸ਼ਰ ਦੇ ਪਿਆਰੇ ਜਦੋਂ ਪਰਮਾਤਮਾ ਦੀ ਕਥਾ, ਪਰਮੇਸ਼ਵਰ ਦੇ ਸਿਫਤ ਸਲਾਹ ਦੇ ਬੋਲ ਸੁਣਾਉਂਦੇ ਨੇ, ਤੇ ਉਹਨਾਂ ਦੀ ਸੰਗਤ ਕਰਕੇ ਅੰਦਰ ਦੀ ਦੁਰਮਤ ਮੈਲ ਦਾ ਨਾਸ ਹੋ ਜਾਂਦਾ ਹੈ। ਇੱਕ ਪੱਖ ਸਤਿਗੁਰਾਂ ਨੇ ਇਹ ਰੱਖਿਆ ਹੈ। ਦੂਜਾ, ਉਸ ਪਰਮਾਤਮਾ ਦੀ ਰਚੀ ਹੋਈ ਰਚਨਾ ਵਿੱਚ ਦੂਸਰਾ ਇੱਕ ਪੱਖ ਹੋਰ ਵੀ ਹੈ ਕਿ ਪਰਮਾਤਮਾ ਦੀ ਸਿਫਤ ਕਰਨ ਵਾਲਿਆਂ ਦੇ ਧੁਰ ਅੰਦਰੋਂ ਵਿਰੋਧੀ। ਇਹ ਅੱਜ ਸਤਿਗੁਰਾਂ ਦੇ ਬਚਨ ਨੇ, ਤੇ ਇੱਕ ਇੱਕ ਅੰਮ੍ਰਿਤ ਬਚਨ ਆਪਾਂ ਧਿਆਨ ਨਾਲ ਸੁਣਨਾ ਹੈ, ਜੇ ਪੜ੍ਹਨਾ ਹੈ, ਵਿਚਾਰਨਾ ਹੈ। ਜਿਹੜੇ ਧੁਰ ਤੋਂ ਹੀ ਵਿਰੋਧੀ ਨੇ, ਜਿਹਦੇ ਜ਼ਿੰਦਗੀ 'ਚ ਕਦੀ ਵੀ ਖੁਸ਼ ਨਹੀਂ ਹੋ ਸਕਦੇ, ਮਹਾਰਾਜ ਜੀ ਨੇ ਫਿਰ ਉਹਨਾਂ ਦਾ ਜ਼ਿਕਰ ਕੀਤਾ ਹੈ। ਕਹਿੰਦੇ ਨੇ ਪਰਮੇਸ਼ਵਰ ਜੀ ਕਿਹੋ ਜਿਹੇ ਮੰਦੇ ਭਾਗ ਲਿਖ ਦਿੱਤੇ ਉਹਨਾਂ ਦੇ ਤੁਸੀਂ। ਇਹ ਸੱਚੀ ਲੋ, ਇਹ ਮਹਾਰਾਜ ਕਹਿ ਰਹੇ ਨੇ। ਜਿਉਂ-ਜਿਉਂ ਪਰਮਾਤਮਾ ਦਾ ਸੇਵਕ ਇਬਾਦਤ ਕਰਕੇ ਉੱਚੇ ਜੀਵਨ ਵਾਲਾ ਬਣਦਾ ਹੈ ਤੇ ਪਰਮੇਸ਼ਵਰ ਦੇ ਨਾਮ ਨੂੰ ਪੁਕਾਰਦਾ ਹੈ, ਤੇ ਨਿੰਦਕ ਬੰਦਿਆਂ ਨੂੰ ਇੰਨਾ ਦੁੱਖ ਲੱਗਦਾ ਹੈ ਉਹਦੀ ਚੜ੍ਹਦੀ ਕਲਾ ਤੋਂ, ਜਿਵੇਂ ਸੱਪ ਡੰਗ ਮਾਰ ਜਾਂਦਾ ਹੋਵੇ। ਇਹ ਸਤਿਗੁਰਾਂ ਨੇ ਬਚਨ ਕਹੇ। ਅਖੀਰ ਤੇ ਮਹਾਰਾਜ ਜੀ ਨੇ ਫਿਰ ਅਰਦਾਸ ਕੀਤੀ, ਪਰਮੇਸ਼ਵਰ ਜੀ ਦਇਆ ਕਰੋ, ਤਰਸ ਕਰੋ, ਮਿਹਰ ਕਰੋ ਅਸਾਂ ਤੇ। ਅਸੀਂ ਤੁਹਾਡੇ ਬੱਚੇ ਹਾਂ। ਤੁਸੀਂ ਜਿਵੇਂ ਮਾਂ ਬਾਪ ਆਪਣੇ ਬੱਚੇ ਦੇ ਔਗਣ ਨਹੀਂ ਚਿਤਾਰਦਾ, ਤੁਸੀਂ ਕਿਰਪਾ ਕਰਕੇ ਮਾਪੇ ਹੋ, ਸਾਡੇ ਔਗਣ ਨਾ ਚਿਤਾਰੋ, ਸਾਨੂੰ ਰੱਖ ਲਵੋ। ਇਹ ਸਤਿਗੁਰਾਂ ਨੇ ਅੱਜ ਸਾਨੂੰ ਬਖਸ਼ਿਸ਼ ਅਸੀਸ ਦਿੱਤੀ ਹੈ ਜੀ ਸਾਰਿਆਂ ਨੂੰ। ਆਓ ਅੱਜ ਇਸ ਅੰਮ੍ਰਿਤ ਬਚਨ ਦੀ ਆਪਾਂ ਵਿਚਾਰ ਕਰਨੀ ਹੈ, ਔਰ ਇਸ ਵਰੇ ਦੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਨੂੰ, ਜੋ ਇਹ ਸਮਰਪਿਤ ਦੀਵਾਨ ਸਨ, ਔਰ ਖਾਸ ਕਰਕੇ ਮੈਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਗੁਰਪੁਰ ਵਾਸੀ, ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ। ਸਾਲ ਪਹਿਲਾਂ ਇਸ ਸਟੇਜ ਤੇ ਉਹਨਾਂ ਕਿਹਾ ਸੀ ਕਿ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਜ਼ਰੂਰ ਆਇਓ। ਸਤਿਗੁਰਾਂ ਕਿਰਪਾ ਕੀਤੀ, ਇਸ ਵਰੇ ਜੋ ਉਹਨਾਂ ਨੇ ਬਚਨ ਕੀਤਾ, ਮੈਨੂੰ ਇਹੀ ਸੀ ਦਾਤਾ ਉਹ ਚਲੇ ਗਏ ਨੇ, ਪਰ ਗੁਰੂ ਦੀ ਹਜ਼ੂਰੀ ਜੋ ਤੁਸੀਂ ਬਚਨ ਕਰਾਇਆ ਉਹ ਪੂਰਾ ਕਰ ਸਕਾਂ। ਅੱਜ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਭਾਈ। ਆਓ ਆਪ ਜੀ ਟਿਕਾ ਬਖਸ਼ਿਓ। ਧੰਨ ਗੁਰੂ ਰਾਮਦਾਸ ਜੀ, ਤੁਸੀਂ ਤਰਸ ਕਰੋ। ਜਿਸ ਦਿਨ ਆਰੰਭਤਾ ਕੀਤੀ ਉਸ ਦਿਨ ਵੀ ਗੁਰੂ ਰਾਮਦਾਸ ਜੀ ਦਾ ਹੁਕਮ ਆਇਆ ਸੀ, ਤੇ ਅੱਜ ਸਤਿਗੁਰਾਂ ਨੇ ਫਿਰ ਬਖਸ਼ਿਸ਼ ਕੀਤੀ ਹੈ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਚੌਥਾ। ਰਾਮਕਲੀ ਰਾਗ ਹੈ, ਔਰ ਧੰਨ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ
ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ। ਰਾਮ ਜਨਾ ਮਿਲ ਭਇਆ ਆਨੰਦਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਹਿਲਾ ਬਚਨ ਇਹ ਕਰ ਰਹੇ ਨੇ, ਰਾਮ ਜਨਾ। ਮੈਂ ਅਰਜ਼ ਕੀਤੀ, ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਸ਼ਬਦ ਦੇ ਅਰਥ ਅਸੀਂ ਦੋ ਤਰੀਕਿਆਂ ਨਾਲ ਵੀ ਕਰਨੇ ਹਾਂ। ਇੱਕ ਤਾਂ ਸ਼੍ਰੀ ਰਾਮਚੰਦਰ ਜੀ ਅਵਤਾਰ ਨੇ, ਜਿਨ੍ਹਾਂ ਨੂੰ ਹਿੰਦੂ ਵੀਰ ਭਾਵਨਾ ਸਹਿਤ ਭਗਵਾਨ ਸ਼੍ਰੀ ਰਾਮਚੰਦਰ ਜੀ ਕਹਿੰਦੇ ਆ। ਮੈਂ ਬੇਨਤੀ ਕਰਾਂਗਾ ਉਹਨਾਂ ਦਾ ਜ਼ਿਕਰ ਵੀ ਹੈ ਬਾਣੀ 'ਚ, ਰਾਮ ਗਇਓ ਰਾਵਣ ਗਇਓ। ਜਾਂ ਅਸੀਂ ਪਾਠ ਕਰਨੇ ਆ ਕਿ ਰੋਵੈ ਰਾਮ ਨਿਕਾਲਾ ਭਇਆ, ਉਹ ਸ਼ਬਦ ਵੀ ਆਉਂਦਾ ਹੈ ਅਵਤਾਰ ਲਈ ਵੀ। ਪਰ ਇੱਕ ਜਿਹੜਾ ਰਾਮ ਸ਼ਬਦ ਹੈ ਉਹਦਾ ਅਰਥ ਹੈ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ। ਤੇ ਮੈਂ ਫਿਰ ਬੇਨਤੀ ਕਰਾਂਗਾ ਕਿ ਰਾਮ ਸ਼ਬਦ ਗੁਰਬਾਣੀ ਮੁਤਾਬਕ ਤ੍ਰੇਤੇ ਯੁੱਗ ਵਿੱਚ ਸ਼੍ਰੀ ਰਾਮਚੰਦਰ ਜੀ ਹੋਇਆ, ਪਰ ਰਾਮ ਸ਼ਬਦ ਦਾ ਜਾਪ ਤਾਂ ਸਤਯੁਗ ਵਿੱਚ ਭਗਤ ਪ੍ਰਹਿਲਾਦ ਜੀ ਵੀ ਕਰਦੇ ਸਨ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ, ਰਾਮ ਨਾਮ ਜਪਬੋ ਕਰੈ ਹਿਰਦੈ ਹਰਿ ਜੀ ਕੋ ਸਿਮਰਨ ਧਰੈ। ਫਿਰ ਇੱਥੇ ਮੈਂ ਅਰਜ਼ ਕਰਾਂਗਾ, ਰਾਮ ਸ਼ਬਦ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ, ਪਰਿਪੂਰਨ ਹੈ। ਪਾਰ ਬ੍ਰਹਮ ਪਰਮੇਸ਼ਵਰ ਕਹੋ, ਵਾਹਿਗੁਰੂ ਕਹੋ, ਪ੍ਰਭੂ ਕਹੋ, ਗੋਪਾਲ ਕਹੋ, ਰੱਬ ਜੀ ਕਹੋ। ਬੜੇ ਖੁੱਲੇ ਸ਼ਬਦ ਵਰਤੇ ਨੇ ਸਤਿਗੁਰਾਂ ਨੇ। ਮਹਾਰਾਜ ਸ਼ਬਦ ਵਰਤ ਰਿਹਾ ਕਿ ਰਾਮ ਜਨ ਜਿਹੜੇ ਨੇ, ਇਹਦਾ ਅਰਥ ਜਿਹੜੇ ਪਰਮੇਸ਼ਵਰ ਦੇ ਭਗਤ ਨੇ, ਜਾਨਦਾਰ ਤੇ ਸੇਵਕ ਦਾਸ ਨੇ, ਉਹਨਾਂ ਨੂੰ ਮਿਲ ਕੇ ਮਨ 'ਚ ਆਨੰਦ ਹੁੰਦਾ ਹੈ। ਫਿਰ ਅਰਜ਼ ਕਿ ਪਰਮਾਤਮਾ ਦੇ ਸੇਵਕ, ਪ੍ਰਭੂ ਦੇ ਸੇਵਕ ਰਾਮ ਜਨ, ਉਹਨਾਂ ਨੂੰ ਮਿਲ ਕੇ ਆਤਮਿਕ ਆਨੰਦ ਮਿਲਦਾ ਹੈ। ਹਰ ਨੀਕੀ ਕਥਾ ਸੁਨਾਏ। ਮਹਾਰਾਜ ਕਹਿੰਦੇ ਪਤਾ ਕਿਉਂ ਆਨੰਦ ਮਿਲਦਾ ਹੈ? ਹਰ ਨੀਕੀ ਕਥਾ ਸੁਣਾਏ। ਉਹ ਪਰਮਾਤਮਾ ਦੇ ਜਿਹੜੇ ਸੇਵਕ ਨੇ ਨਾ, ਉਹਨਾਂ ਨੂੰ ਮਿਲੀਦਾ ਜਦੋਂ, ਫਿਰ ਉਹ ਜਦੋਂ ਵੀ ਬੋਲਣਗੇ, ਜਦੋਂ ਵੀ ਬਾਤ ਕਰਨਗੇ, ਸਿਬਤ ਕਰਨਗੇ, ਕਥਾ ਕਰਨਗੇ, ਕੇਵਲ ਪਰਮਾਤਮਾ ਦੀ ਕਰਨਗੇ। ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਮਿਲ ਕੇ ਤਾਂ ਆਨੰਦ ਆਇਆ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਜੀ ਦੀ ਕਥਾ ਉਹ ਸੁਣਾਉਂਦੇ ਹਨ। ਦੁਰਮਤ ਮੈਲ ਗਈ ਸਭ ਨੀਕਲ। ਹੁਣ ਇੱਕ ਬਖਸ਼ਿਸ਼ ਹੋ ਗਈ, ਜਦੋਂ ਉਹ ਪ੍ਰਭੂ ਪਿਆਰਿਆਂ ਨੂੰ ਮਿਲੇ ਤੇ ਉਹਨਾਂ ਨੂੰ ਮਿਲ ਕੇ ਕੁਦਰਤੀ ਤੌਰ ਤੇ ਅੰਦਰ ਖੇੜਾ ਆ ਗਿਆ। ਫਿਰ ਉਹ ਇਸ ਕਰਕੇ ਕਿਉਂਕਿ ਉਹ ਸੋਹਣੀ ਕਥਾ, ਪਰਮਾਤਮਾ ਦੀ ਕਥਾ, ਪਰਮੇਸ਼ਵਰ ਦੀ ਕਥਾ, ਪਰਮਾਤਮਾ ਦੀ ਸਿਬਤ ਸਨਾ ਸੁਣਾਉਂਦੇ ਨੇ। ਤੇ ਮਹਾਰਾਜ ਕਹਿੰਦੇ ਜਦੋਂ ਸ਼ਰਧਾ ਧਾਰ ਕੇ ਉਹਨਾਂ ਰਾਮ ਜਨਾਂ ਦੀ ਸੰਗਤ ਕਰੀ ਦੀ ਹੈ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਉਸਤਤੀ ਸੁਣੀ ਦੀ ਹੈ, ਤੇ ਮਹਾਰਾਜ ਕਹਿੰਦੇ ਜਿਹੜੇ ਅੰਦਰ ਦੀ ਮੈਲ ਜੰਮੀ ਹੋਈ ਹੈ ਨਾ ਜੀ, ਕਿਉਂਕਿ ਸੂਖਸ਼ਮ ਮੈਲ ਹੈ, ਇਹ ਖਿਆਲਾਂ ਦੀ ਮੈਲ ਹੈ, ਤੇ ਜਿਹੜੇ ਅਸੀਂ ਕਰਮ ਕਰਨੇ ਆ, ਮਾੜੇ ਕਰਮ ਵੀ ਮੈਲ ਦੀਆਂ ਪਰਤਾਂ ਬਣ ਜਾਂਦੇ ਆ। ਉਹਨਾਂ ਪ੍ਰਭੂ ਪਿਆਰਿਆਂ ਦੀ ਕਥਾ ਸੁਣ ਕੇ ਜਿਹੜੀ ਅੰਦਰ ਦੀ ਦੁਰਮਤ ਸੀ, ਭੈੜੀ ਮੈਲ ਸੀ, ਵਾਸ਼ਨਾ ਦੀਆਂ ਪਰਤਾਂ ਜੰਮੀਆਂ ਹੋਈਆਂ ਸਨ, ਉਹ ਸਾਰੀ ਨਿਕਲ ਗਈ ਹੈ। ਸਤ ਸੰਗਤ ਮਿਲ ਬੁੱਧ ਪਾਏ। ਫਿਰ ਉਸ ਸਾਧ ਸੰਗਤ ਵਿੱਚ ਮਿਲ ਕੇ, ਉਹ ਰਾਮ ਜਨਾਂ ਦੀ ਸੰਗਤ ਵਿੱਚ ਮਿਲ ਕੇ ਚੰਗੀ ਬੁੱਧੀ ਪਰਮਾਤਮਾ ਨੇ ਬਖਸ਼ ਦਿੱਤੀ ਜੀ। ਅੱਗੇ ਮਤ ਪਲੀਤ ਸੀ, ਬੁੱਧੀ ਭ੍ਰਸ਼ਟ ਸੀ, ਮਲੀਨ ਬੁੱਧੀ ਸੀ। ਹੁਣ ਪਰਮੇਸ਼ਵਰ ਨੇ ਐਸੀ ਕਿਰਪਾ ਕੀਤੀ, ਦੁਰਮਤ ਦਾ ਖਾਤਮਾ ਹੋ ਗਿਆ, ਗੁਰਮਤ ਅੰਦਰ ਪ੍ਰਵੇਸ਼ ਕਰ ਗਈ, ਮਲੀਨ ਬੁੱਧੀ ਖਤਮ ਹੋ ਗਈ, ਹੱਛੀ ਬੁੱਧੀ, ਚੰਗੀ ਬੁੱਧੀ, ਨਿਰਮਲ ਮਤ ਜਿਹਨੂੰ ਆਪਾਂ ਕਹਿੰਦੇ, ਨਿਰਮਲ ਬੁੱਧ ਕਹਿੰਦੇ ਆ, ਉਹ ਅੰਦਰੋਂ ਪ੍ਰਗਟ ਹੋ ਗਈ, ਜਿਵੇਂ ਸਤਿਗੁਰਾਂ ਨੇ ਅੰਮ੍ਰਿਤ ਬਾਣੀ 'ਚ ਬਖਸ਼ਿਸ਼ ਕੀਤੀ। ਥੋੜਾ ਜਿਹਾ ਆਪਾਂ ਇਸ ਪਹਿਲੀ ਤੁਕ ਦੀ ਸਮੇਂ ਅਨੁਸਾਰ, ਕਿਉਂਕਿ ਅੱਜ ਛੇਤੀ ਸਮਾਪਤੀ ਵੀ ਕਰਨੀ ਹੈ, ਪਹਿਲੀ ਬੇਨਤੀ ਤਾਂ ਇਹ ਕਿ ਪਰਮੇਸ਼ਵਰ ਦੇ ਪਿਆਰੇ ਰਾਮ ਜਨਾਂ ਨੂੰ ਮਿਲ ਕੇ ਆਨੰਦ ਆਇਆ ਹੈ। ਇਹ ਮਹਾਰਾਜ ਜੀ ਨੇ ਅੱਜ ਕਿਹਾ। ਇਹ ਗੱਲ ਬੜੀ ਦਰੁਸਤ ਹੈ। ਆਪ ਜੀ ਕਿਤੇ ਵੀ ਚਲੇ ਜਾਓ, ਦੋ ਤਰ੍ਹਾਂ ਦੇ ਇਨਸਾਨ ਆਪਾਂ ਨੂੰ ਹਰ ਥਾਂ ਤੇ ਮਿਲਣਗੇ, ਕਿਤੇ ਵੀ ਚਲੇ ਜਾਓ। ਇੰਨੇ ਕੁ ਅੰਦਰੋਂ ਟਿਕੇ ਹੁੰਦੇ ਆ, ਉਹਨਾਂ ਦੇ ਕੋਲ ਬੈਠਿਆਂ ਮਨ ਨੂੰ ਸਕੂਨ ਮਿਲਦਾ ਹੈ। ਉਹਨਾਂ ਦੇ ਸਰੀਰ ਦੀ ਵਾਈਬ੍ਰੇਸ਼ਨ ਕਹਿ ਲਓ, ਇੱਕ ਲਫ਼ਜ਼ ਮੈਂ ਕਈ ਵਾਰੀ ਔਰਾ ਵਰਤਣਾ, ਆਬਾ ਮੰਡਲ ਕਹਿ ਲਓ, ਕਿ ਉਹਨਾਂ ਦਾ ਅੰਦਰ ਇੰਨਾ ਨਿਰਮਲ ਹੁੰਦਾ ਹੈ ਕਿ ਉਹਨਾਂ ਨੂੰ ਮਿਲਿਆ ਹੀ ਅੰਦਰ ਖੇੜਾ ਆ ਜਾਂਦਾ ਹੈ, ਆਨੰਦ ਆ ਜਾਂਦਾ ਹੈ। ਇੱਕ ਬੰਦੇ ਉਹ ਨੇ, ਸੱਚ ਇਹ ਉਹ ਬੋਲਣ ਵੀ ਨਾ, ਉਹਨਾਂ ਕੋਲ ਬਹਿ ਕੇ ਪਤਾ ਨਹੀਂ ਅੰਦਰ ਨੂੰ ਜਿਵੇਂ ਦਮ ਜਿਹਾ ਘੁੱਟਦਾ ਹੈ,
ਬੰਦੇ ਦਾ ਅੰਦਰ ਕਾਹਲਾ ਪੈਂਦਾ ਹੈ, ਉਹਨਾਂ ਦੇ ਮਿਲਿਆਂ ਰੁੱਖਾ ਬਣਾਉਂਦਾ ਹੈ। ਇੱਕ ਹੋਵੇ ਜਿਹਦੇ ਮਿਲਿਆਂ ਹੋਇਆ ਮਨ ਨੂੰ ਆਨੰਦ ਆਉਂਦਾ ਹੈ। ਉਂਝ ਵੈਸੇ ਗੁਰਮੁਖੋ ਸਾਡੀ ਇੱਕ ਅਰਦਾਸ ਹੈ ਰੋਜ਼ਾਨਾ ਦੀ। ਮੈਂ ਕਈ ਵਾਰੀ ਬੇਨਤੀ ਕੀਤੀ ਕਿ ਅਸੀਂ ਸਤਿਗੁਰਾਂ ਦੇ ਚਰਨਾਂ 'ਚ ਖਲੋ ਕੇ ਨਾ ਦਾਨ ਮੰਗਣੇ ਆ। ਪਹਿਲਾਂ ਤਾਂ ਖਾਲਸਾ ਜੀ ਲਈ ਮੰਗਣੇ ਆ, ਸਮੁੱਚੇ ਪੰਥ ਲਈ, ਉਹ ਪਿਛਲੀ ਦਿਨ ਅਰਜ਼ ਕੀਤੀ। ਫਿਰ ਅਸੀਂ ਸਤਿਗੁਰਾਂ ਤੋਂ ਦਾਨ ਮੰਗਣੇ ਆ। ਸ਼ਾਇਦ ਮੈਂ ਪਿਛਲੇ ਦਿਨਾਂ 'ਚ ਅਰਜ਼ ਕੀਤੀ ਹੋਵੇ, ਅਸੀਂ ਇਹ ਸ਼ਬਦ ਵਰਤਨੇ ਆ ਕਿ ਸਤਿਗੁਰੂ ਸਾਰੇ ਸਿੱਖਾਂ ਲਈ ਜੀ, ਇਹ ਨਹੀਂ ਕਿ ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ, ਆਪਣੀ ਜਥੇਬੰਦੀ ਲਈ, ਆਪਣੇ ਪਿੰਡ ਲਈ। ਉੱਥੇ ਲਫ਼ਜ਼ ਜਿਹੜੇ ਅਰਦਾਸ ਵਿੱਚ ਬੋਲੇ ਜਾਂਦੇ ਆ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਅੱਗੇ ਹੈ ਵਿਸਾਹ ਦਾਨ, ਭਰੋਸਾ ਦਾਨ। ਸਾਚੇ ਵੇ ਬੜੀ ਵਾਰੀ ਵਿਚਾਰ ਕੀਤੀ। ਇੱਕ ਦਿਨ ਮਨ ਜਦੋਂ ਕਥਾ ਮੈਂ ਕਰ ਰਿਹਾ ਸੀ, ਇੱਥੇ ਮੇਰੇ ਮਨ 'ਚ ਹੈ ਭਰੋਸਾ ਚਾਹੀਦਾ ਹੈ, ਵਿਸ਼ਵਾਸ ਚਾਹੀਦਾ ਹੈ। ਤੇ ਅੰਦਰੋਂ ਹੀ ਆਵਾਜ਼ ਆਈ, ਮਨਾ ਭਰੋਸਾ ਆਪਣੇ ਆਪ ਥੋੜਾ ਬਣਦਾ ਹੈ, ਭਰੋਸਾ ਵੀ ਤਾਂ ਉਹਦੀ ਦਾਤ ਹੈ। ਜੇ ਦਾਨ ਦੇਗਾ ਤੇ ਭਰੋਸਾ ਬਣੇਗਾ ਨਾ। ਫਿਰ ਬੇਨਤੀ ਹੈ, ਉਸ ਦਿਨ ਅਰਜ਼ ਕੀਤੀ ਸੀ ਮੈਂ ਕਿ ਭਰੋਸਾ ਵੀ ਤੇਰੀ ਦਾਤ ਹੈ। ਉੱਥੇ ਵੀ ਦਾਨ ਮੰਗਿਆ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਇਸ਼ਨਾਨ ਵੀ ਲਫ਼ਜ਼ ਵਰਤਿਆ ਜਾਂਦਾ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ। ਤੇ ਅੱਗੇ ਬਚਨ ਨੇ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਬੇਨਤੀ ਸੁਣਿਓ, ਆਪਾਂ ਇਹੀ ਕਥਾ ਕਰ ਰਹੇ ਹਾਂ ਜੀ, ਪਰਮੇਸ਼ਵਰ ਦੇ ਪਿਆਰਿਆਂ ਨੂੰ ਮਿਲ ਕੇ ਆਨੰਦ ਬਣਦਾ ਹੈ। ਹੁਣ ਇੱਥੇ ਬੇਨਤੀ ਹੈ, ਅਸੀਂ ਅਰਦਾਸ ਵਿੱਚ 6 ਵਾਰੀ ਵਾਹਿਗੁਰੂ ਬੋਲਨੇ ਆ। ਚਲੋ ਦਰਬਾਰ ਸਾਹਿਬ ਅੰਦਰ ਰਿਪੀਟ ਕੀਤਾ ਜਾਂਦਾ ਨਾ ਜੀ, ਬੋਲੋ ਜੀ ਵਾਹਿਗੁਰੂ। ਉਂਝ 3 ਵਾਰੀ ਫਿਰ ਅਸੀਂ ਜੇ ਸਾਰਾ ਦੇਖੀ ਅਰਦਾਸ ਵਿੱਚ ਤਕਰੀਬਨ 9 ਵਾਰੀ ਅਸੀਂ ਬੋਲਨੇ ਆ। ਇੱਕ ਤਾਂ ਅਸੀਂ ਬੋਲਨੇ ਆ ਕਿ 10 ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹਦਾ ਮਤਲਬ ਅਰਦਾਸ ਦਾ ਮਕਸਦ ਨਾਮ ਦ੍ਰਿੜ ਹੋ ਰਿਹਾ ਹੈ। ਉਸ ਤੋਂ ਬਾਅਦ ਫਿਰ ਦੂਸਰੇ ਪਦੇ ਵਿੱਚ ਅਸੀਂ ਕਹਿੰਦੇ ਆ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਦੂਸਰੇ ਪਦੇ ਵਿੱਚ। ਤੀਸਰੇ ਪਦੇ ਵਿੱਚ ਕਹਿੰਦੇ ਆ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਚੌਥੇ ਪਦੇ ਵਿੱਚ ਅਸੀਂ ਕਹਿੰਦੇ ਆ, ਮਹਾਰਾਜ ਜੀ ਦੇ ਸਾਹਮਣੇ 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। 5ਵੇਂ ਪਦੇ ਵਿੱਚ ਅਸੀਂ ਬੋਲਨੇ ਆ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। 6ਵਾਂ ਪਦ ਅਸੀਂ ਹੁਣੇ ਪੜ੍ਹਿਆ, ਉਹਦੇ ਵਿੱਚ ਅਸੀਂ ਪੜ੍ਹਨੇ ਆ ਕਿ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। 6 ਵਾਰੀ ਤਾਂ ਇਹ ਅਰਦਾਸੀਆ ਗੁਰਸਿੱਖ ਬੁਲਾਉਂਦਾ ਹੈ। ਉਂਝ 3 ਵਾਰੀ ਖਾਲਸੇ ਲਈ ਵੱਖਰਾ ਫਿਰ ਬੋਲਿਆ ਜਾਂਦਾ ਹੈ ਕਿ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਆਵੇ। ਦੇਖੋ 9 ਵਾਰੀ ਹੋ ਗਿਆ ਨਾ ਜੀ, ਫਤਿਹ ਵੱਖਰੀ। ਮੇਰੀ ਫਿਰ ਅਰਜ਼ ਹੈ ਕਿ ਉਸ ਤੋਂ ਬਾਅਦ ਜਦੋਂ ਅਸੀਂ ਧਰਮ ਕਾ ਜੈਕਾਰ ਬੋਲਿਆ, ਫਿਰ ਅਸੀਂ ਹੋਰ ਵੀ ਮੰਗਨੇ ਆ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦ ਦਾ ਰਾਖਾ ਆਪ ਵਾਹਿਗੁਰੂ। ਫਿਰ ਅਸੀਂ ਜੀ ਇਹ ਵੀ ਮੰਗਨੇ ਆ ਕਿ ਜਿਹੜੇ ਗੁਰਦੁਆਰੇ ਪੰਥ ਤੋਂ ਵਿਛੋੜ ਦਿੱਤੇ ਗਏ ਆ, ਤੁਸੀਂ ਸੇਵਾ ਦਾ ਦਾਨ ਸਾਨੂੰ ਬਖਸ਼ੋ ਗੁਰਮੁਖੋ। ਉਸ ਤੋਂ ਬਾਅਦ ਫਿਰ ਅਸੀਂ ਆਪਣੇ ਨਿੱਜੀ ਸ਼ਬਦ ਵਰਤਨੇ ਆ, ਜਿਹਦੇ ਵਿੱਚ ਕਿਸੇ ਦੇ ਵਿਆਹ ਦੀ ਅਰਦਾਸ, ਕਿਤੇ ਦੇ ਮਰਨੇ ਪਰਨੇ ਦੀ, ਨਿਤਨੇਮ ਦੀ, ਅਖੰਡ ਪਾਠ ਸਾਹਿਬ ਦੀ, ਸਹਿਜ ਪਾਠ ਦੀ, ਕੋਈ ਕਾਰਜ ਦੀ। ਉਸ ਤੋਂ ਬਾਅਦ ਅਸੀਂ ਫਿਰ ਇੱਕ ਮੰਗ ਹੋਰ ਮੰਗਨੇ ਆ। ਇੱਕ ਤਾਂ ਅਸੀਂ ਮੱਥਾ ਟੇਕਣ ਤੋਂ ਪਹਿਲਾਂ ਕਹਿੰਦੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਇਸ ਤੋਂ ਪਹਿਲਾਂ ਇੱਕ ਮੰਗ ਹੈ ਸਾਡੀ, ਜਿਹੜਾ ਅੱਜ ਦਾ ਹੁਕਮ ਹੈ, ਇਹ ਤਾਂ ਸਿੱਖ ਦੀ ਅਰਦਾਸ ਵੀ ਸ਼ਾਮਲ ਹੈ। ਉਸ ਮੰਗ ਵਿੱਚ ਅਸੀਂ ਸਭ ਕੁਝ ਮੰਗ ਕੇ ਖਾਲਸੇ ਲਈ, ਸਿੱਖੀ ਲਈ, ਪਿਆਰਿਓ ਉਸ ਵਕਤ ਅਰਦਾਸ 'ਚ ਕਹਿੰਦੇ ਆ, ਸੱਚੇ ਪਾਤਸ਼ਾਹ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਇਹ ਵੀ ਤਾਂ ਇੱਕ ਅਰਦਾਸ ਦਾ ਹਿੱਸਾ ਹੈ ਨਾ, ਕਿ ਸਾਨੂੰ ਉਹ ਗੁਰਮੁਖ ਪਿਆਰੇ ਮਿਲਿਓ ਜਿਨ੍ਹਾਂ ਦੇ ਮਿਲਣ ਕਰਕੇ, ਜਿਨ੍ਹਾਂ ਦੀ ਸੰਗਤ ਕਰਕੇ ਤੇਰੀ ਯਾਦ ਆਵੇ। ਜਿਸ ਥਾਂ ਤੇ ਤੇਰੀ ਯਾਦ ਵਿਸਰੇ ਤੂੰ ਕਿਰਪਾ ਕਰੀ ਉੱਥੇ ਲੈ ਕੇ ਨਾ ਜਾਈ। ਜਿੱਥੇ ਤੇਰੀ ਬੰਦਗੀ ਸਿਮਰਨ ਲਈ ਮਨ 'ਚ ਚਾਹ ਪੈਦਾ ਹੋਵੇ, ਤੁਸੀਂ ਕਿਰਪਾ ਕਰਿਓ ਮੈਨੂੰ ਉਹਨਾਂ ਦੀ ਸੰਗਤ ਬਖਸ਼ਿਓ।
ਮੈਂ ਇੱਕ ਵਾਰ ਅਰਜ਼ ਕੀਤੀ ਸੀ, ਦੇਖੋ ਇਹ ਅਰਦਾਸ ਹੁੰਦੀ ਹੈ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਿਆ। ਆ ਵੇਖਣ ਨਾਲ ਫਰਕ ਪੈਂਦਾ ਕਿ ਜਿਨ੍ਹਾਂ ਦੇ ਦੇਖਿਆ। ਅੱਜ ਮੈਂ ਅੱਧੀ ਤੁਕ ਪਹਿਲੀ ਲਈ ਹੈ ਜੀ ਕਿ ਰਾਮ ਜਨਾਂ ਨੂੰ ਮਿਲ ਕੇ ਮਨ 'ਚ ਆਨੰਦ ਪੈਦਾ ਹੋ ਗਿਆ। ਇਸ ਕਰਕੇ ਬਾਣੀ 'ਚ ਅਰਜ਼ ਕਰ ਰਿਹਾ ਕਿਉਂ ਮਿਲਨੇ ਆ ਉਹਨਾਂ ਨੂੰ। ਸਾਹਿਬ ਨੇ ਕਿਹਾ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਿਆ, ਮਿੱਤਰ ਅਸਾਡੜੇ ਸਹੀ, ਹਉ ਟੁੰਡੇਂਦੀ ਜਗ ਸੁਭਾਇਆ, ਜਨ ਨਾਨਕ ਵਿਰਲੇ ਕਈ, ਸਾਜਨਾ ਸੰਤ ਆਓ ਮੇਰੇ। ਵਾਹਿਗੁਰੂ ਅਰਦਾਸ ਕੀਤੀ ਜਿੱਥੇ ਕਹਿੰਦੇ ਆ ਪ੍ਰਭੂ ਜੀ ਤੁਸੀਂ ਆ ਜਾਓ, ਗੁਰੂ ਜੀ ਤੁਸੀਂ ਆ ਜਾਓ, ਨਾਮ ਤੁਸੀਂ ਆ ਜਾਓ, ਸਿਮਰਨ ਹਿਰਦੇ 'ਚ ਆ ਜਾਏ। ਉੱਥੇ ਬੇਨਤੀ ਕੀਤੀ ਉਹ ਸੱਜਣਾ, ਉਹ ਸੰਤ ਜਨ, ਉਹ ਬੰਦਗੀ ਕਰਨ ਵਾਲਿਆ, ਬੜੇ ਲੋਕ ਮੇਰੇ ਘਰ 'ਚ ਆਉਂਦੇ ਨੇ, ਤੂੰ ਵੀ ਆ, ਤੇਰੀ ਸੰਗਤ ਕੀਤਿਆਂ ਘਰ ਦਾ ਹਨੇਰਾ ਦੂਰ ਹੋ ਜਾਂਦਾ। ਮਹਾਰਾਜ ਜੀ ਨੇ ਫਰਮਾਇਆ ਸਾਜਨਾ ਸੰਤ ਆਓ ਮੇਰਾ, ਆਨੰਦਾ ਗੁਣ ਗਾਏ, ਮੰਗਲ ਕਸਮ ਲਾ ਮਿਟ ਜਾਹੇ, ਪ੍ਰੇਰੈ ਤੁਹਾਡੀ ਕਿਰਪਾ ਨਾਲ ਪਰਮਾਤਮਾ ਦੇ ਆਨੰਦ ਮੰਗਲ ਗਾਵਾਂਗਾ। ਮੈਂ ਹੋਰ ਇੱਕ ਬੇਨਤੀ ਕਰਾਂ, ਇੱਕ ਸ਼ਬਦ ਹੈ ਮਹਾਰਾਜ ਜੀ ਦਾ, ਬੜੇ ਪ੍ਰਮਾਣ ਨੇ ਜੀ। ਉਹ ਹੈ ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ, ਪਾਉ ਪਖਾਲਾਂ ਤਿਸ ਕੈ ਮਨ ਤਨ ਨਿਤ ਭਾਵੋ, ਨਾਮ ਸੁਣੈ ਨਾਮ ਸੰਗ੍ਰਹਿ, ਨਾਮੈ ਲਿਵ ਲਾਹੂੰ, ਅੰਮ੍ਰਿਤ ਵੇਲਾ ਭਲਕੇ ਦਿਨ ਚੜੇ। ਤੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਪ੍ਰਾਹੁਣਾ ਮੇਰੇ 'ਚ ਘਰ ਆਵੇ। ਸੱਚ ਇਹ ਵੇ ਕਈ ਵਾਰੀ ਖੂਨ ਦੇ ਰਿਸ਼ਤੇ ਹੁੰਦੇ ਨੇ, ਅੰਦਰ ਖੰਡਾ ਬਣਾ ਜਾਂਦੇ ਨੇ, ਜਿਹਦੇ ਨਾਲ ਕੋਈ ਰਿਸ਼ਤਾ ਖੂਨ ਦਾ ਨਹੀਂ, ਜਦੋਂ ਸੰਗਤ ਦਾ ਰਿਸ਼ਤਾ ਬਣਦਾ ਉਹਨੂੰ ਮਿਲਿਆ ਮਨ ਵਿੱਚ ਖੇੜਾ ਆ ਜਾਂਦਾ। ਮਹਾਰਾਜ ਕਹਿੰਦੇ ਉਹ ਪ੍ਰਾਹੁਣਾ ਆਵੇ। ਪਿਛਲੇ ਸਾਲ ਇੱਕ ਬੇਨਤੀ ਮੈਂ ਆਪ ਨੂੰ ਕੀਤੀ ਸੀ, ਕਾਫੀ ਸੰਗਤ ਨੇ, ਗੁਰਮੁਖ ਪਿਆਰੇ ਕਾਫੀ ਨੂੰ ਕੋਟ ਕਰਦੇ ਰਹੇ। ਮੈਂ ਉਸ ਦਿਨ ਬੇਨਤੀ ਕੀਤੀ ਜੀ ਸਹੀ ਪਿਆਰੇ ਮੇਲ ਦੇ ਕੋਈ ਅਰਥ ਨੇ। ਇਹ ਬਹੁਤ ਵੱਡੀ ਬਖਸ਼ਿਸ਼ ਹੈ ਜੀ। ਜਿਸ ਦਿਨ ਕੋਈ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਮਿਲ ਜਾਏ, ਗੁਰੂ ਚੇਤੇ ਆ ਜਾਏ ਉਹਨੂੰ ਮਿਲਿਆ, ਸਮਝੋ ਉਸ ਦਿਨ ਵਾਹਿਗੁਰੂ ਜੀ ਦੀ ਅਥਾਹ ਕਿਰਪਾ ਹੈ। ਥਾਂ ਕਿਰਪਾ ਕਹਿ ਰਹੇ। ਇੱਕ ਬਚਨ ਹੈ ਬਾਹਰ ਦਾ, ਇਹ ਰਚਨਾ ਬਾਹਰ ਦੀ ਹੈ ਜੀ, ਕਵੀ ਦੇ ਬੋਲ ਨੇ। ਉਹ ਬੋਲੇ ਸਨ, ਮੈਂ ਉਹ 'ਚ ਗਿਣਤੀ ਹੈ 4 ਮਿਲੇ 64 ਖਿਲੇ। ਪਿਛਲੇ ਸਾਲ ਵੀ ਕਿਹਾ ਸੀ, ਮਿਲੇ 20 ਕਰ ਜੋਰ, 4 ਮਿਲੇ 64 ਖਿਲੇ, मिले 20 कर जोर, गुरसिख को गुरसिख मिले, खिले है 7 करोड़। आ है सिख दी रूहानी मिलनी। 4 मिले, ਇਹਦਾ ਅਰਥ ਕਿ ਇੱਕ ਸਿੱਖ ਤੁਰਿਆ ਜਾ ਰਿਹਾ ਹੈ ਤੇ ਸਾਹਮਣੇ ਇੱਕ ਸਿੱਖ ਹੋਰ ਪਿਆ ਹੁੰਦਾ ਹੈ, ਤੇ ਉਹਨਾਂ ਦੋਨਾਂ ਦੀਆਂ ਦੋ ਅੱਖਾਂ ਆਪਸ 'ਚ ਮਿਲ ਗਈਆਂ। 4 ਮਿਲੇ ਦਾ ਅਰਥ ਉਹਨੇ ਉਹਦੇ ਸਰੂਪ ਨੂੰ, ਚਿਹਰੇ ਨੂੰ ਦੇਖਿਆ, ਉਹਨੇ ਉਹਦੇ ਚਿਹਰੇ ਨੂੰ ਦੇਖਿਆ। 4 ਅੱਖਾਂ ਆਪਸ 'ਚ ਮਿਲੀਆਂ ਜੀ। 4 ਮਿਲੇ 64 ਖਿਲੇ। 32 ਦੰਦ ਮੰਨੇ ਜਾਂਦੇ ਆ ਨਾ, 32 ਕਹਿੰਦੇ। ਉਹ ਸਤਿਗੁਰਾਂ ਨੇ ਜੈਸੇ ਕਾਤੀ 30 32 ਵੀ ਸ਼ਬਦ ਵਰਤਿਆ, 30 32 ਦੰਦ। ਹੁਣ ਜਦੋਂ ਉਹ ਆਪਸ 'ਚ ਅੱਖਾਂ ਮਿਲੀਆਂ, ਦੋਨਾਂ ਦੇਖਿਆ ਵੀ ਉਹ ਸਿੱਖ ਤੇ ਦੋਨਾਂ ਦੇ ਇਸੇ ਤਰ੍ਹਾਂ ਹਾਸਾ ਮੁਸਕਰਾਏ ਕਿ ਜਿਵੇਂ ਮਾਨੋ ਅਨਾਰ ਦੇ ਦਾਣੇ ਖਿੜੇ ਹੁੰਦੇ ਆ, ਜਿਵੇਂ ਅਨਾਰ ਦੇ ਦਾਣੇ, ਇਸ ਤਰ੍ਹਾਂ ਦੰਦ। 4 ਮਿਲੇ 64 ਖਿਲੇ, 32 32 64 ਦੰਦ ਦੋਨਾਂ ਦੇ ਮੁਸਕਰਾਏ। ਉਹ ਮਿਲੇ 20 ਕਰ ਜੋਰ। ਤੇ ਜਦੋਂ ਉਹ ਮਿਲ ਕੇ ਹੱਥ ਜੋੜਨ ਲੱਗੇ ਤੇ ਸਭ ਨੂੰ ਪਤਾ ਸੀ ਪੰਜਾ ਕਹਿੰਦੇ ਆ, 5 ਉਂਗਲਾਂ, ਤੇ 5 ਤੇ 5 10। ਜਦੋਂ ਦੋਨਾਂ ਨੇ ਹੱਥ ਜੋੜ ਲਿਆ, 10 ਤੇ 10 20 ਹੋ ਗਈਆਂ। ਫਿਰ ਬੇਨਤੀ ਬੜੇ ਸੋਹਣੇ ਬੋਲ ਕੇ, 4 ਮਿਲੇ 64 ਖਿਲੇ, ਮਿਲੇ 20 ਕਰ ਜੋਰ, ਹੱਥ ਜੋੜੇ ਤੇ 20 ਉਂਗਲਾਂ ਮਿਲ ਗਈਆਂ। ਅੱਗੇ ਉਹ ਕਹਿੰਦੇ ਨੇ ਭਾਈ ਸਿੱਖੋ, ਇੱਥੇ ਬਸ ਨਹੀਂ, ਗੁਰਸਿੱਖ ਕੋ ਗੁਰਸਿੱਖ ਮਿਲੇ। ਜਦੋਂ ਗੁਰੂ ਕਾ ਸਿੱਖ ਅਭਿਆਸੀ ਗੁਰਸਿੱਖ ਨੂੰ ਮਿਲਦਾ ਹੈ, ਮਿਲੇ ਹੈ 7 ਕਰੋੜ ਕਿਹਾ ਜਾਂਦਾ ਹੈ। ਸ਼ਾਸਤਰ ਕਹਿੰਦੇ ਨੇ, ਉਂਝ ਵੈਸੇ ਗਿਣਤੀ ਮਿੰਤੀ ਹੁੰਦੀ ਹੈ, ਇਹ ਨਹੀਂ ਕੋਈ ਮੈਂ ਪੈਮਾਨਾ ਲਾਇਆ, 7.5 ਕਰੋੜ ਰੋਮ ਇੱਕ ਤਨ ਦਾ ਹੁੰਦਾ ਹੈ। ਜਦੋਂ ਸਿੱਖ ਨੂੰ ਮਿਲਦਾ ਹੈ ਤੇ ਪਿਆਰਿਓ ਸੱਚ ਇਹ ਵੇ 7 ਕਰੋੜ ਰੋਮ ਦੇ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਚੱਲਣ ਲੱਗ ਪੈਂਦਾ। ਮੈਂ ਅਰਜ਼ ਕੀਤੀ, ਭਾਈ ਸਾਹਿਬ ਗੁਰਦਾਸ ਸਾਹਿਬ ਜੀ ਨੇ ਕਿਹਾ, ਗੁਰਸਿੱਖ ਮਿਲਿਆ ਪਾਪ ਪਨਿਠਾ। ਫਿਰ ਬੇਨਤੀ ਸੁਣਿਓ, ਬਲਿਹਾਰੀ ਤਿੰਨਾਂ ਗੁਰਸਿੱਖਾਂ, ਪੁੱਤਰ ਮਿੱਤਰ ਗੁਰ ਭਾਈ ਇਠਾ। ਸਿਰਫ 2 ਤੁਕਾਂ ਲਈਆਂ ਨੇ ਮੈਂ। ਉਸ ਗੁਰਸਿੱਖ ਤੋਂ ਕੁਰਬਾਨ ਜਾਣਾ ਜਿਹੜਾ ਆਪਣੇ ਮਿੱਤਰਾਂ ਤੋਂ, ਆਪਣੇ ਪੁੱਤਰਾਂ ਤੋਂ, ਆਪਣੇ ਭਰਾਵਾਂ ਤੋਂ, ਆਪਣੇ ਰਿਸ਼ਤੇਦਾਰਾਂ ਤੋਂ ਸਭ ਤੋਂ ਸ੍ਰੇਸ਼ਟ ਉਹਨੂੰ ਸਮਝਦਾ ਜਿਹੜਾ ਸਿੱਖ ਉਹਨੂੰ ਨਾਮ ਚੇਤੇ ਕਰਾਉਂਦਾ ਹੈ।
मैं बेनती बलिहारी तिना गुरसिखां पुत्र मित्र गुर भाई इठा। अगे फिर भाई साहब कहते गुरसिख मिलिया पाप पनिठा। जदों गुरसिख की मिलाप हो जाए सच ये वे कि पापां दा नाश हो जाता है। अज सतगुरां ने अमृत बचन पहला ये कहा भाई प्रभु दे राम जन परमेश्वर दे प्यारे जदों उन्हां नूं मिले हाँ तो सच ये वे साडे मन च आनंद पैदा हो गया। जा कै दर्श पाप कोट उतारे भेटत संग ए भवजल तारे। ओए साजन ओए मीत प्यारे जो हमको हर नाम चितारे। ऐसे राम जना नूं मिल के आनंद पैदा होया। हुण इस तो अगली बेनती क्यों होया जी? कहने उन्होंने कथा सुनाई ते कथा सुनाई पार ब्रह्म परमेश्वर दी निक्की दा अर्थ सोहनी कि पार ब्रह्म परमेश्वर दी सोहनी कथा सुनाई जिहदे नाल दुरमत मैल निकल गई। उंज मैं आप नूं अर्ज करांगा कि कथा दा महात्म बहुत ज़्यादा है साडे गुरमत दे अंदर। देखो सतगुरां ने बाणी च इत्थों तक शब्द वरते ने सोनार कथा उतारी मैल गुण गावत मन हरिया होवै कथा सुनत मल सगली खोवै। कि कथा जिहड़ी है वो अंदर दी मैल नूं उतार दिंदी है, अंदर दा सुकून दिंदी है। पर देखो कई बारी समा पा के कथा दा स्वरूप भी होर तरह दा हो जाता है जी। अपना गुरशरणजीत सिंह लामा उन्होंने ये साखी सिख रहत मर्यादा की लिखी। ਉਹਦੇ ਵਿੱਚ ਉਹਨਾਂ ਨੇ कथा ਦੇ ਬਾਰੇ 4 ਗੱਲਾਂ ਲਿਖੀਆਂ ਨੇ। ਗਿਆਨੀ ਅਜੀਤ ਸਿੰਘ ਰਤਨ ਹੋਰਾਂ ਦਾ ਜ਼ਿਕਰ ਕਰਦੇ ਆ। ਉਹ ਮੇਰੀ ਬੇਨਤੀ ਮੈਂ ਕਿਤਾਬ ਦਾ ਹਵਾਲਾ ਤਾਂ ਜੇ ਜਾਣਾ ਹੁਣਾ ਕਿਉਂਕਿ ਮਨ ਚ ਹੁੰਦਾ ਕਿੱਥੋਂ ਪੜਿਆ ਕਿਵੇਂ ਪੜਿਆ। ਉਹ ਇੱਕ ਗੱਲ ਕਹਿੰਦੇ ਆ, ਕਹਿੰਦੇ ਨੇ ਪੁਰਾਣੇ ਸਮੇਂ ਕਥਾ ਦੀਆਂ ਪ੍ਰਭੂ ਦੀਆਂ ਸਿਫਤ ਦੀਆਂ 4 ਸ਼ੈਲੀਆਂ ਸਨ। 3 ਸ਼ੈਲੀਆਂ ਪ੍ਰਵਾਨ। ਇੱਕ ਸੀ ਨਾਰਦ ਸ਼ੈਲੀ, दूसरी व्यास शैली, तीसरी रुद्र शैली ते चौथी जिहड़ी अजकल वरतींदी पे ज़्यादा उन्होंने मरकट शैली कहा। थोड़े अर्थ ध्यान नाल सुनियो आप जी। नारद शैली का मतलब सी कि जिहड़ी परमात्मा की सिफत तंती साज वजा के की जाए, क्योंकि उहदे हत्थ वीणा भी तंती साज सी। जिहड़ी कीर्तन रूप विच परमात्मा की सिफत की जाए ਉਹਦੇ ਲਈ ਉਹਨਾਂ ਨੇ शब्द वरते भी नारद शैली तंती साज वजा के पार ब्रह्म परमेश्वर वाहिगुरू जी ਉਹਦੀ सिफत करनी। ਉਹਨਾਂ दूसरा शब्द वरत्या व्यास शैली कि जिवें आपां देखने भाई गुरदास साहिब जी ने कि गुरबाणी दे शब्द की घुंडी खोलण वास्ते रमज़ां खोलण लई भाई गुरदास साहिब जी किन्ने किन्ने प्रमाण दिंदे ने, किन्नियां किन्नियां उदाहरणां दिंदे ने। व्यास शैली। तीसरा उन्हां कहा रुद्र शैली जिहदे विच डमरू जां ढड्ड सरंगी वजा के 20 रसी वारां गाईयां जांदियां ने। चौथी गल उन्हां कीती, उन्हां कहा मरकट शैली। मरकट दा अर्थ हुंदा बांदर कि जिवें बांदर टपूसियां नहीं मारदा, कदी एक टाणी ते बैठा, दूजी टाणी ते बैठा, तीजे ते पैगा, टिक के नहीं बैठा। वो कहंदे मरकट शैली वो हुंदी है ना अपना अंदर टिकदा ते ना सुनने वाले नूं टिकन दिंदा। सच है, निंदिया करी जानी, हर गल ते तर्क करी जाना, हर चीज़ विचों नुक्स कड्ढी जाने, कुछ भी चंगा ना लगना। सिर्फ घंटे की कथा विच यही सिद्ध करके जाना भी मैं सच्चा, मैं चंगा, बाकी सारे झूठे आ। पर सियाणे लोग ये गल कहिंदे आ मरकट शैली बड़ी खतरनाक है जी। ते जिहड़े बंदे खिंडे होए आ उन्हां नूं मरकट शैली बहुत चंगी लगदी है, बहुत अच्छी लगदी है। पर मैं फिर भी बेनती करांगा कि वो कथा जिहदे सुनण नाल मन टिक जाए, वो कथा जिहदे सुनण नाल बाणी पढ़न दा चाह पैदा होवे, वो कथा जिहदे नाल सेवा करन दी भावना पैदा हो जाए, वो कथा जिहदे सुनण नाल काम क्रोध लोभ मोह हंकार वासना दे फुरने घट जाण, वो कथा जिहड़ी साडे अंदर नूं इन्ना क भਿਉਂ देवे कि कथा दे विच ही वाहिगुरू शब्द अपने आप चलन लग पवे। महाराज सच्चे पातशाह जी ने बख्शिश कीती, कहंदे ने परमात्मा दे खरी जन जिहड़े राम जन ने वो पार ब्रह्म परमेश्वर की सिफत करते आ, उन्होंने मिल के आनंद पैदा हुंदा है। ते जदों वो कथा करते आ इन्नी निक्की इन्नी सोहनी कथा सुनाई, महाराज कहने अंदर दी मैल निकल गई। उंज प्यारिओ मैं आपनूं एक बेनती करांगा, सूझवान बैठे हो, प्रधान जी बैठे ने, सच इवे कथा गुरु शब्द तो बाहर नहीं निकलनी चाहिए। पिछले दिन जदों मैं कथा शुरू की एक उदाहरण भाई रूप सिंह उन्होंने दी मैं दिती सी कि
ਤਿੰਨ ਗੱਲਾਂ ਕਥਾ ਵਿੱਚ ਚੇਤੇ ਰੱਖੀਏ। ਇੱਕ ਸਿਧਾਂਤ, ਦੂਜਾ ਸੰਵਾਦ ਤੇ ਤੀਸਰੀ ਸਾਖੀ। ਇਹ ਬੜੇ ਤਿੰਨ ਸ਼ਬਦ ਬੜੇ ਸੌਖੇ ਨੇ ਕਥਾ ਲਈ। ਸਿਧਾਂਤ, ਸਿਧਾਂਤ ਦਾ ਲਫ਼ਜ਼ੀ ਅਰਥ ਹੈ, ਮੈਂ ਇਹ ਰਿਪੀਟ ਕਰ ਚੁੱਕਾ ਪਹਿਲੇ ਦਿਨ ਹੀ, ਸਿਧਾਂਤ ਦਾ ਅਰਥ ਹੈ ਅੰਤ ਸਿੱਧ ਕੀਤੀ ਹੋਈ ਬਾਤ, ਜਿਹੜੀ ਗੱਲ ਦਾ ਨਿਚੋੜ ਨਿਕਲ ਜਾਏ, ਅਰਕ ਨਿਕਲ ਜਾਏ ਵੀ ਤੱਤ ਗੱਲ ਇਹ ਵੇ। ਇੱਕ ਤਾਂ ਸ਼ਬਦ ਦੇ ਸਿਧਾਂਤ ਨੂੰ ਆਪਾਂ ਸਮਝਦੇ ਹੋਈਏ ਕਥਾ ਵਿੱਚ ਕੋਈ ਵਿਚਾਰ ਕਰੇ, ਸਿਧਾਂਤ। ਫਿਰ ਦੂਸਰੀ ਗੱਲ ਇਹ ਨਾ ਹੋਵੇ ਸਿਧਾਂਤ ਕੁਝ ਕਿਹਾ ਜਾ ਰਿਹਾ ਹੈ ਤੇ ਪ੍ਰਮਾਣ ਕੋਈ ਦਿੱਤੇ ਜਾ ਰਹੇ। ਸਿਧਾਂਤ ਕੁਛ ਹੈ ਤੇ ਕਥਾ ਕਿਸੇ ਪਾਸੇ ਹੈ। ਮੈਂ ਫਿਰ ਅਰਜ਼ ਕਰਾਂ, ਕਥਾ ਵਿੱਚੋਂ ਨਿਕਲ ਕੇ ਵਾਪਸ ਆਇਆ ਜਾ ਸਕਦਾ ਹੈ, ਪਰ ਆਪਣੇ ਉਸ ਕੇਂਦਰ ਬਿੰਦੂ ਨਹੀਂ ਭੁੱਲਣਾ ਚਾਹੀਦਾ ਵੀ ਸ਼ਬਦ ਦਾ ਸਿਧਾਂਤ ਕੀ ਹੈ। ਹੁਣ ਸਿਧਾਂਤ ਨੂੰ ਸਮਝਣ ਲਈ ਅਗਲਾ ਸ਼ਬਦ ਜਿਹਦੀ ਸੰਵਾਦ, ਮੈਂ ਉਸ ਦਿਨ ਕਿਹਾ ਸੀ ਵਿਵਾਦ ਨੂੰ ਕੋਈ ਥਾਂ ਨਹੀਂ, ਸੰਵਾਦ ਹੈ। ਤੇ ਸ਼ਬਦ ਦੇ ਸਿਧਾਂਤ ਦਾ ਸੰਵਾਦ ਉਹ ਕਰੇਗਾ। ਧਿਆਨ ਨਾਲ ਸੁਣਿਓ, ਸਾਰੀ ਸੰਗਤ ਕਥਾ ਸੁਣ ਸਕਦੀ। ਕਥਾ ਸੰਗਤ ਵਿੱਚ ਪ੍ਰਭੂ ਜੀ ਵਰਤਦੇ ਆ। ਸਿਧਾਂਤ ਲਈ ਸੰਵਾਦ ਉਹ ਕਰੇਗਾ ਜਿਹਨੂੰ ਕੁਛ ਸਿਧਾਂਤ ਦਾ ਪਤਾ ਹੈ। ਜਿਹਨੂੰ ਸਿਧਾਂਤ ਦਾ ਪਤਾ ਨਹੀਂ ਉਹ ਸੰਵਾਦ ਨਹੀਂ ਕਰ ਸਕਦਾ। ਯਾਦ ਰੱਖਿਓ, ਉਹ ਬੋਲ ਸਕਦਾ ਮਾੜਾ, ਉਹ ਧੜੇ ਵਿੱਚ ਪੈ ਕੇ ਹਮਲਾ ਕਰ ਸਕਦਾ ਹੈ, ਪਰ ਸੰਵਾਦ ਉਹ ਕਰੇਗਾ, ਡਾਇਲਾਗ ਉਹ ਕਰੇਗਾ ਜਿਹੜਾ ਬੰਦਾ ਸਿਧਾਂਤ ਨੂੰ ਸਮਝਦਾ ਹੈ। ਉਸ ਦਿਨ ਮੈਂ ਕਿਹਾ ਸੀ, ਸਭ ਤੋਂ ਜ਼ਿਆਦਾ ਜੇ ਗੁਰੂ ਨਾਨਕ ਸਾਹਿਬ ਨਾਲ ਕਿਸੇ ਨੇ ਸੰਵਾਦ ਕੀਤਾ ਉਹ ਸਿੱਧਾ ਨਹੀਂ ਕੀਤਾ। ਸਭ ਤੋਂ ਜ਼ਿਆਦਾ ਉਹਨਾਂ ਸੰਵਾਦ ਕੀਤਾ। ਥਾਂ ਥਾਂ ਤੇ ਪੁੱਛਦੇ ਰਹੇ, ਜਿੱਥੇ ਮਿਲੇ ਉਹਨਾਂ ਦੇ ਸਵਾਲ ਬੜੇ ਡੂੰਘੇ ਸਨ। ਸਿੱਧ ਗੋਸ਼ਟ ਦੀ ਬਾਣੀ ਚ ਉਦਣ ਮੈਂ ਕਿਹਾ, ਇੱਥੋਂ ਤੱਕ ਕਿ ਸੰਵਾਦ ਕਰਦੇ ਹਾਂ, ਜੇ ਕੋਈ ਕਾਲਾ ਵੀ ਪੈਂਦਾ ਹੈ ਤੇ ਅੱਗੋਂ ਉੱਤਰ ਮਿਲ ਜਾਂਦਾ। ਰੋਸ ਨਾ ਕੀਜੈ ਉੱਤਰ ਦੀਜੈ। ਆਪਾਂ ਸੰਵਾਦ ਕਰ ਰਹੇ ਹਾਂ। ਫਿਰ ਬੇਨਤੀ, ਸੰਵਾਦ ਵੈਰ ਚ ਨਹੀਂ ਹੁੰਦਾ, ਸੰਵਾਦ ਧੜਿਆਂ ਚ ਨਹੀਂ ਹੁੰਦਾ। ਤੇ ਅੱਜ ਸਾਡੀ ਮੁਸ਼ਕਲ ਇਹ ਵੇ, ਅਸੀਂ ਇੱਕ ਦੂਜੇ ਨੂੰ ਵੇਖਣਾ ਪਸੰਦ ਨਹੀਂ ਕਰਦੇ। ਮੈਂ ਹਰ ਰੋਜ਼ ਕਹਿ ਰਿਹਾ, ਸੱਚ ਇਹ ਵੇ, ਜਿੱਦਣ ਆਪਣਾ ਸਾਰੇ ਭਾਵੇਂ ਵੱਖ-ਵੱਖ ਵਿਚਾਰ ਨੇ ਆਪੋ ਆਪਣੇ, ਹਰ ਧਰਮ ਦੇ ਵਿੱਚ ਫਿਰਕੇ ਨੇ ਜੀ, ਪਰ ਜਿੱਦਣ ਆਪਣਾ ਥੋੜਾ ਜਿਹਾ ਪ੍ਰੇਮ ਨਾਲ ਨੇੜੇ ਬਹਿ ਜਾਾਂਗੇ ਨਾ ਇੱਕ ਦੂਜੇ ਨੂੰ, ਤੇ ਸੁਹਿਰਦਤਾ ਨਾਲ, ਬਾਕੀ ਆਪੋ ਆਪਣੇ ਸਿਧਾਂਤ ਦੀ ਪੰਡ ਛੱਡ ਕੇ ਵੀ ਇਹ ਵੀ ਸਿੱਖ ਹੈ ਤੇ ਮੈਂ ਵੀ ਸਿੱਖਾਂ, ਮੈਂ ਸੱਚੀ ਦੱਸਾਂ 50% ਤੇ ਸਾਡਾ ਉਦੋਂ ਹੀ ਮਸਲਾ ਹੱਲ ਹੋ ਜਾਣਾ। ਕਿਉਂਕਿ ਜਦੋਂ ਬੰਦਾ ਆਪਸ ਚ ਮਿਲਦੇ ਹੀ ਨਹੀਂ, ਸੰਵਾਦ ਹੀ ਨਹੀਂ, ਸੰਵਾਦ ਤਾਂ ਤਾਰ ਚ ਆਏਗਾ ਜੇ ਮਿਲੇਗਾ। ਮੇਰੀ ਬੇਨਤੀ ਹੈ ਸਿਧਾਂਤ, ਦੂਜਾ ਸੰਵਾਦ, ਤੇ ਤੀਸਰੀ ਮੈਂ ਅਰਜ਼ ਉਸ ਦਿਨ ਕੀਤੀ ਸੀ ਕਿ ਜਿਸ ਬੰਦੇ ਨੂੰ ਸਿਧਾਂਤ ਦੀ ਸਮਝ ਨਾ ਪਏ, ਮੰਨ ਲਓ ਉਹਨੇ ਸਟੱਡੀ ਨਹੀਂ ਕੀਤੀ ਜਾਂ ਉਹ ਬਾਣੀ ਨਹੀਂ ਪੜ੍ਹ ਰਿਹਾ, ਅਭਿਆਸ ਨਹੀਂ ਕਰ ਰਿਹਾ, ਉਹਨੂੰ ਫਿਰ ਸਿਧਾਂਤ ਸਮਝਾਉਣ ਦਾ ਸੌਖਾ ਤਰੀਕਾ ਸਾਖੀ। ਉਹਨੂੰ ਸਾਖੀ ਸੁਣਾਓ, ਉਹਨੂੰ ਕਹਾਣੀ ਸੁਣਾਓ, ਗਾਥਾ ਸੁਣਾਓ। ਸੱਚ ਇਹ ਵੀ ਉਹ ਸਾਖੀ ਨਾਲ ਉਸ ਸਿਧਾਂਤ ਨੂੰ ਬੜੀ ਛੇਤੀ ਸਮਝ ਜਾਂਦਾ ਹੈ। ਉਸ ਦਿਨ ਮੈਂ ਪ੍ਰਮਾਣ ਵੀ ਦਿੱਤੇ ਸਨ। ਮੇਰੀ ਅਰਜ਼ ਹੈ ਕਿ ਸਤਿਗੁਰਾਂ ਨੇ ਇੱਥੇ ਕਿਹਾ, ਭਾਈ ਅਸਲ 'ਚ ਬੰਦਗੀ ਕਰਨ ਵਾਲਾ ਜਦੋਂ ਕਥਾ ਸੁਣਾਉਂਦਾ ਹੈ ਨਾ, ਤੇ ਮੈਂ ਵੈਗਰੂ ਇਹਨੂੰ ਆਪਣੇ ਵੱਲ ਵਿਸ਼ੇ ਨਾਲ ਨਾ ਜੋੜ ਕੇ ਦੇਖਿਓ। ਭਗਤ ਨਾਮਦੇਵ ਜੀ ਨੇ ਕਥਾ ਸੁਣਾਈ, ਤਰਲੋਚਨ ਦੀ ਜ਼ਿੰਦਗੀ ਪਲਟ ਗਈ। ਉਹਨੇ ਕਿਹਾ ਵੀ ਜਿਹੜੀ ਕਥਾ ਸੁਣਾਉਣਾ ਹੈ ਇਹ ਮੇਰਾ ਜੀਵਨ ਕਿਵੇਂ ਬਣੇ। ਇਹ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦਾ ਹੈ, ਦਰਸ਼ਨ ਵੇਖਣ ਨਾਮ ਦਿਓ ਭਰ ਕੇ ਉੜ ਤਰਲੋਚਨ ਆਵੇ, ਭਗਤ ਕਰਨ ਮਿਲ ਦੋਏ ਜਣੇ, ਨਾਮ ਦਿਓ ਹਰ ਚਲਤ ਸੁਣਾਵੇ। ਕਥਾ ਸੁਣਾਉਂਦੇ ਨਾਮਦੇਵ, ਸਟੇਜ ਲਾ ਕੇ ਨਹੀਂ, ਦੋਨੋਂ ਭਗਤੀ ਕਰਦੇ ਆ। ਅਭਿਆਸ ਤੋਂ ਬਾਅਦ, ਸਿਮਰਨ ਤੋਂ ਬਾਅਦ, ਫਿਰ ਜਦੋਂ ਨਾਮਦੇਵ ਜੀ ਬੋਲਦੇ ਆ, ਉਹ ਦੱਸਦੇ ਆ, ਮੇਰੇ ਪਰਮੇਸ਼ਵਰ ਜੀ ਐਸੇ ਨੇ, ਮੇਰੇ ਬੀਠਲ ਜੀ ਐਸੇ ਨੇ, ਮੇਰੇ ਠਾਕੁਰ ਜੀ ਐਸੇ ਨੇ। ਤਰਲੋਚਨ ਸੁਣੀ ਜਾਂਦਾ ਹੈ, ਕਹਿੰਦਾ ਨਾਮਦੇਵ ਜੀ ਨੂੰ, ਬੈਠਦਾ ਤੇ ਮੈਂ ਵੀ ਤੁਹਾਡੇ ਨਾਲ ਰੋਜ਼ ਹਾਂ, ਪਰ ਜਿਹੜੇ ਤੁਸੀਂ ਪ੍ਰੈਕਟੀਕਲ ਬਚਨ ਸੁਣਾਉਂਦੇ ਹੋ ਮੇਰੇ ਤੇ ਕਿਵੇਂ ਵਾਪਰੇ। ਆਹ ਹੈ ਕਥਾ। ਨਾਮਦੇਵ ਹਰ ਚਲ ਸੁਣਾਵੇ। ਅੱਗੋਂ ਫਿਰ ਉਹ ਕਹਿੰਦੇ ਨੇ, ਮੇਰੀ ਬੇਨਤੀ ਕਰ ਪਰਮੇਸ਼ਵਰ ਅੱਗੇ, ਤੋ ਜਿਹੜੀਆਂ ਤੁਸੀਂ ਸੱਚੀ ਮੁੱਚੀ ਭਗਤ ਨਾਮਦੇਵ ਤਾਂ ਸਿੱਧੀਆਂ ਗੱਲਾਂ ਕਰਦੇ ਆ। ਉਸ ਦਿਨ ਮੈਂ ਕਿਹਾ, ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ, ਤੂੰ ਕੁੰਡ ਰੇ। ਤੁਸੀਂ ਕੌਣ ਹੋ ਜੀ, ਕੌਣ ਹੈ ਤੂੰ? ਇਹ ਸ਼ਬਦ ਨੇ। ਕਹਿਣ ਲੱਗੇ, ਮੈਂ ਜੀ ਨਾਮਾ ਹੋ ਜੀ, ਆਲਾ ਤੇ ਨਿਵਾਰਨਾ ਜਮ ਕਾਰਨਾ। ਭਾਈ ਸਾਹਿਬ ਜੀ ਨੇ ਸ਼ਬਦ ਲਿਖਿਆ ਕਿ ਦਰਸ਼ਨ ਵੇਖਣ ਨਾਮ ਦਿਓ ਭਲਕੇ ਉੜ ਤਰਲੋਚਨ ਆਵੇ, ਭਗਤ ਕਰਨ ਮਿਲ ਦੋਏ ਜਣੇ, ਨਾਮ ਦਿਓ ਹਰ ਚਲਤ ਸੁਣਾਵੇ। ਅੱਗੇ ਭਗਤ ਜੀ ਕਹਿੰਦੇ, ਮੇਰੀ ਪੀ ਕਰ ਬੇਨਤੀ। ਤਰਲੋਚਨ ਦੀ ਕਹਿੰਦੇ, ਜਿਹੜੀ ਕਥਾ ਸੁਣਾਣਾ ਮੇਰੇ 'ਚ ਕਥਾ ਵਾਪਰ ਜਾਏ। ਮੈਂ ਤਾਂ ਕਿਹਾ ਵੀ ਆਪਾਂ ਤਾਂ ਸਿਰਫ ਬੋਲਨੇ ਪਏ, ਕਿਤਾਬਾਂ ਪੜ੍ਹ ਕੇ ਬੋਲਦੇ ਹਾਂ ਖੱਬੇ ਸੱਜਿਓਂ। ਅਸਲ 'ਚ ਜਦੋਂ ਕੋਈ ਬ੍ਰਹਮ ਗਿਆਨੀ ਕਥਾ ਕਰਦਾ, ਉਹ ਕਥਾ ਬੋਲਦਾ ਨਹੀਂ, ਉਹ ਕਥਾ ਹੋ ਜਾਂਦਾ ਹੈ। ਉਹ ਕਥਾ ਦਾ ਰੂਪ ਹੁੰਦਾ ਹੈ।
ਉਹਨਾਂ ਸ਼ਬਦ ਕਿਹਾ ਜੀ, ਮੇਰੀ ਪੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ। ਤਰਲੋਚਨ ਜੀ ਕਹਿੰਦੇ ਜਿਹਦੀ ਕਥਾ ਸੁਣਾਉਂਦੇ ਹੋ, ਆ ਵਾਪਰਿਆ, ਆ ਹੋਇਆ, ਮੇਰੇ ਵਾਸਤੇ ਬੇਨਤੀ ਕਰ। ਬਹਿੰਦੇ ਤੇ ਇਕੱਠੀਆਂ। ਅੱਗੇ ਭਾਈ ਸਾਹਿਬ ਕਹਿੰਦੇ ਠਾਕੁਰ ਜੀ ਨੂੰ ਪੁੱਛਿਓਸ, ਇਹਦਾ ਅਰਥ ਉਸ ਨੇ ਪੁੱਛਿਆ, ਭਗਤ ਨਾਮਦੇਵ ਜੀ ਨੇ ਪੁੱਛਿਆ ਦਰਸ਼ਨ ਕਿਵੇਂ ਤਰਲੋਚਨ ਭਾਵੈ। ਮਹਾਰਾਜ ਜੀ ਮੈਂ ਕਥਾ ਤੇ ਸੁਣਾ ਦੇਣਾ ਰੋਜ਼ ਨੂੰ, ਉਹ ਖੁਸ਼ ਵੀ ਹੁੰਦਾ ਹੈ, ਉਹਦਾ ਅੰਦਰ ਵੀ ਟਿਕ ਜਾਂਦਾ। ਪਰ ਮੈਨੂੰ ਉਹਨੇ ਕਿਹਾ ਵੀ ਜਿਹੜੀਆਂ ਗੱਲਾਂ ਤੂੰ ਸੁਣਾਣਾ ਮੇਰੀ ਉਹਦੇ ਨਾਲ ਗੱਲ ਕਰਾ, ਜਿਹਦੀਆਂ ਗੱਲਾਂ ਸੁਣਾਣਾ ਉਹਦੇ ਨਾਲ ਸਿੱਧੀ ਗੱਲ ਕਰਾ। ਵੇਖੋ ਭਾਈ ਸਾਹਿਬ ਨੇ ਕਿਹਦਾ ਸੰਵਾਦ ਦਿੱਤਾ ਹੈ, ਠਾਕੁਰ ਜੀ ਨੂੰ ਪੁੱਛੋ ਦਰਸ਼ਨ ਕਿਵੇਂ ਤਰਲੋਚਨ ਪਾਵੈ। ਅੱਗੋਂ ਕਹਿੰਦੇ ਹੱਸ ਕੇ ਠਾਕੁਰ ਬੋਲਿਆ ਨਾਮਦੇਵ ਨੂੰ ਕਹਿ ਸਮਝਾਵੇ। ਕਹਿੰਦੇ ਪਰਮੇਸ਼ਵਰ ਨੇ ਅੱਗੋਂ ਉੱਤਰ ਦਿੱਤਾ, ਨਾਮਦੇਵ ਮੈਂ ਤੈਨੂੰ ਇਹ ਗੱਲ ਸਮਝਾਵਾਂ ਹੱਸ ਕੇ, ਇਹ ਨਹੀਂ ਗੁੱਸੇ 'ਚ, ਹੱਸ ਕੇ ਉੱਤਰ ਦਿੱਤਾ, ਨਾਮਦੇਵ ਨੂੰ ਕਹਿ ਸਮਝਾਵੇ। ਅੱਗੇ ਉਹ ਕਹਿੰਦੇ ਨੇ ਹੱਥ ਨਾ ਆਵੇ ਭੇਟ ਸੋਂ, ਓਏ ਵਪਾਰੀ ਬਿਰਤੀ ਤੇਰੇ ਕੋਲ ਬਹਿੰਦਾ ਪਰ ਜੋੜ ਤੋੜੋ ਪੈਸਿਆਂ ਦੀ ਕਰਦਾ ਹੈ, ਇੰਨੀ ਭੇਟਾ ਚੜਾਂ ਖੋਰੇ ਰੱਬ ਮਿਲ ਜੂਗਾ। ਨਾਮਦੇਵ ਕੋਲ ਤੇ ਇੰਨੇ ਪੈਸੇ ਨਹੀਂ, ਆਪਣੇ ਕੋਲ ਤਾਂ ਪੈਸੇ ਬੜੇ ਨੇ। ਉਹ ਕਹਿੰਦੇ ਨੇ ਉਹ ਰੁਪਈਆਂ ਨਾਲ ਤੋਲਦਾ ਪਿਆ, ਪਰ ਚੇਤੇ ਰੱਖੀ ਰੁਪਈਆਂ ਨਾਲ ਮੇਰੇ ਦੀਦਾਰ ਨਹੀਂ ਹੁੰਦੇ। ਫਿਰ ਜੀ ਕਹਿਣ ਲੱਗੇ ਮੈਂ ਤਾਂ ਵਾਅਦਾ ਕਰ ਰਿਹਾ ਜੀ ਉਹਦੇ ਨਾਲ, ਉਹਨੇ ਮੈਨੂੰ ਕਿਹਾ ਵੀ ਤਾਂ ਤੂੰ ਸੱਚਾ ਮੇਰੀ ਗੱਲ ਕਰਾ। ਵੇਖੋ ਗੱਲ ਬੰਦਾ ਕਰ ਬੈਠੋ, ਕਹਿੰਦੇ ਮੈਂ ਤਾਂ ਵਾਅਦਾ ਕਰ ਰਿਹਾ, ਮੈਨੂੰ ਨਹੀਂ ਪਤਾ ਉਹਦੇ ਅੰਦਰ ਕੀ। ਅੱਗੋਂ ਵਾਹਿਗੁਰੂ ਜੀ ਕਹਿਣ ਲੱਗੇ ਜੇ ਤੂੰ ਵਾਅਦਾ ਕੀਤਾ ਤੇਰੇ ਵਾਅਦੇ ਨੂੰ ਝੂਠਿਆਂ ਨਹੀਂ ਪੈਣ ਦਿੰਦਾ, ਤੇਰੇ ਬਦਲੇ ਮੈਂ ਤਰਲੋਚਨ ਨੂੰ ਦਰਸ਼ਨ ਦਿਆਂਗਾ। ਮੈਂ ਬੇਨਤੀ ਕਰਾਂ ਇਹ ਹੈ ਕਥਾ। ਉੱਥੇ ਉਹਨਾਂ ਨੇ ਸ਼ਬਦ ਵਰਤੇ ਦਰਸ਼ਨ ਵੇਖਣ ਨਾਮਦੇਵ ਭਲਕੇ ਉੜ ਤਰਲੋਚਨ ਆਵੇ, ਭਗਤ ਕਰਨ ਮਿਲ ਜੋਏ ਜਾਣੇ ਨਾਮਦੇਵ ਖਰ ਚਲਤ ਸੁਣਾਵੇ। ਮੇਰੀ ਪੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ। ਠਾਕੁਰ ਜੀ ਨੂੰ ਪੁੱਛੇ ਉਸ ਦਰਸ਼ਨ ਕਿਵੇਂ ਤਰਲੋਚਨ ਪਾਵੇ। ਹੱਸ ਕੇ ਠਾਕੁਰ ਬੋਲਿਆ ਨਾਮਦੇਵ ਨੂੰ ਕਹਿ ਸਮਝਾਵੇ। ਹੱਥ ਨਾ ਆਵੋ ਆਵੇ ਭੇਟ ਸਿਉ ਤੁਸ ਤਰਲੋਚਨ ਮੈਂ ਮੂੰਹ ਲਾਵੇ। ਹੋਂ ਅਧੀਨ ਖਾਂ ਭਗਤ ਦੇ, ਮੈਂ ਤਾਂ ਬੰਦਗੀ ਕਰਨ ਵਾਲੇ ਅਧੀਨ ਹਾਂ। ਪਹੁੰਚਣਾ ਹੰਗਾ ਭਗਤੀ ਦਾਵੇ। ਅੱਗੇ ਫਿਰ ਭਾਈ ਸਾਹਿਬ ਲਿਖਦੇ ਨੇ ਵਾਹਿਗੁਰੂ ਜੀ ਨੇ ਕਿਹਾ ਹੋਏ ਵਿਚੋਲਾ ਆਣ ਮਿਲਾਵੇ। ਜੇ ਤੂੰ ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਅਰਦਾਸ ਹੈ ਸਾਡੀ ਵਾਹਿਗੁਰੂ ਉਹ ਮਿਲਾਈ ਜਿਨ੍ਹਾਂ ਨਾਲ ਮਿਲ ਕੇ ਤੇਰੀ ਯਾਦ ਆ ਜਾਏ, ਜਿਨ੍ਹਾਂ ਨੂੰ ਮਿਲ ਕੇ ਆਨੰਦ ਆਵੇ। ਐਸੇ ਨਾ ਮਿਲਾਵੀਂ ਜਿਹੜਾ ਨਿਤਨੇਮ ਕਰਨੇ ਆ ਉਹਦੀ ਵੀ ਛੁੱਟੀ ਹੋ ਜਾਏ। ਮੈਂ ਸੱਚੀ ਤੁਹਾਨੂੰ ਕਹਾਂ ਬੜਾ ਔਖਾ। ਮਹਾਰਾਜ ਨੇ ਰਹਿਤਨਾਮੇ 'ਚ ਗੱਲ ਕਹੀ, ਪਿਆਰਾ ਸਿੰਘ ਪਦਮ ਉਹਨਾਂ ਨੇ ਸਾਰੇ ਐਡਿਟ ਇਕੱਠੇ ਕੀਤੇ ਆ ਨਾ। ਉਹ ਜਦੋਂ ਮਸੰਦ ਜੀਵਨ ਤੋਂ ਡਿੱਗ ਪਏ ਨਾ, ਨਿੱਗਰ ਗਏ, ਸ਼ਰਾਬੀ ਕਵਾਬੀ ਹੋ ਗਏ, ਵਿਚਾਰੀ ਹੋ ਗਏ, ਇਹ ਪਤਾ ਨਹੀਂ ਪਰਮੇਸ਼ਵਰ ਦੀ ਖੇਡ ਹੈ। ਜਦੋਂ ਕੋਈ ਲਹਿਰ ਉੱਠਦੀ ਹੈ ਤੇ ਇਸ ਤਰ੍ਹਾਂ ਗੰਗੋਤਰੀ ਦੀ ਤਰ੍ਹਾਂ ਨਿਰਮਲ ਹੁੰਦੀ ਹੈ ਤੇ ਸਮੁੰਦਰ ਤੱਕ ਜਾਣ ਲੱਗਿਆਂ ਵਿਚਾਰੀ ਮੈਲ ਨਾਲ ਭਰ ਜਾਂਦੀ ਹੈ। ਇਹ ਸੱਚਾਈ ਹੈ ਜੀ। ਉਹਦੇ ਵਿੱਚ ਰਹਿਤਨਾਮੇ 'ਚ ਲਿਖਿਆ ਕਿ ਰੱਬ ਤੋਂ ਟੁੱਟੇ ਕੋਈ ਬੰਦੇ ਜਿਹੜਾ ਮਸੰਦ ਡਿੱਗ ਚੁੱਕਾ ਹੈ, ਉਹਨੂੰ ਮਿਲਣ ਦੀ ਬਜਾਏ ਮੇਰਾ ਸਿੱਖ ਮਸਤ ਖੂਨੀ ਖਾਥੀ ਦੇ ਨਾਲ ਤਾਂ ਮੱਥਾ ਲਾ ਲੈ, ਪਰ ਰੱਬ ਦੇ ਟੁੱਟੇ ਦੇ ਨੇੜੇ ਨਾ ਜਾਏ। ਮੈਂ ਆਪ ਨੂੰ ਬੇਨਤੀ ਕਰਾਂਗਾ ਜੀ, ਸਤਿਗੁਰੂ ਗੁਰੂ ਰਾਮਦਾਸ ਬੜੀ ਅਸੀਸ ਦਿੱਤੀ ਤੁਸੀਂ। ਮਹਾਰਾਜ ਜੀ ਨੇ ਕਿਹਾ ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ ਆਨੰਦ ਹੁੰਦਾ ਹੈ। ਉਹ ਨਿੱਕੀ ਕਥਾ ਪ੍ਰਭੂ ਦੀ ਸਿਵ ਸਲਾਹ ਸੁਣਾਉਂਦੇ ਨੇ। ਤੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਆ ਕਿ ਜਿੱਥੇ ਨਿੱਕੀ ਕਥਾ ਸੁਣਾਉਂਦੇ ਆ ਉੱਥੇ ਉਹਨਾਂ ਦੀ ਸੰਗਤ ਕਰਕੇ ਦੁਰਮਤ ਭੈੜੀ ਮੈਲ ਖਤਮ ਹੁੰਦੀ ਹੈ। ਹਾਂਜੀ, ਉਸ ਸੰਗਤ ਵਿੱਚੋਂ ਜਿਹੜੀ ਕਈ ਜਨਮਾਂ ਦੀ ਮੈਲ ਲੱਗੀ ਹੈ, ਉਸ ਮੈਲ ਦਾ ਖਾਤਮਾ ਹੁੰਦਾ ਹੈ। ਰਾਮ ਜਨ ਗੁਰਮਤਿ ਰਾਮ ਬੋਲਾਏ। ਰਾਮ ਜਨ ਗੁਰਮਤਿ ਰਾਮ ਬੁਲਾਏ। ਇਹਦਾ ਅਰਥ ਹੈ ਜਿਹੜੇ ਪ੍ਰਭੂ ਦੇ ਸੇਵਕ ਨੇ, ਰਾਮ ਜਨ ਨੇ, ਉਹ ਆਪਣੀ ਮਤ ਅਨੁਸਾਰ ਨਹੀਂ, ਉਹ ਗੁਰੂ ਦੀ ਮਤ ਲੈ ਕੇ, ਸਤਿਗੁਰਾਂ ਦੀ ਮਤ ਲੈ ਕੇ ਫਿਰ ਰਾਮ ਬੋਲਣ ਦੀ ਪ੍ਰੇਰਨਾ ਦਿੰਦੇ ਨੇ। ਕਹਿੰਦੇ ਭਾਈ ਰਾਮ ਬੋਲੋ, ਆਪਣਾ ਮੰਤਰ ਨਹੀਂ ਕੋਈ ਦਿੰਦੇ, ਆਪਣਾ ਸ਼ਬਦ ਨਹੀਂ ਕੋਈ ਦਿੰਦੇ। ਸੱਚ ਐਵੇਂ ਰਾਮ ਜਨ ਗੁਰੂ ਕੀ ਮਤ ਲੈ ਕੇ, ਸਤਿਗੁਰਾਂ ਦੀ ਮਤ ਲੈ ਕੇ ਰਾਮ ਬੁਲਾਉਂਦੇ ਨੇ। ਫਿਰ ਮੈਂ ਆਪ ਨੂੰ ਅਰਜ਼ ਕਰਾਂਗੇ ਗੁਰਮੁਖੋ, ਪਰਮੇਸ਼ਵਰ ਦੇ ਨਾਮ ਅਨੇਕਾਂ ਨੇ ਬਾਣੀ 'ਚ। ਜਿਵੇਂ ਅਸੀਂ ਗੋਪਾਲ ਰਾਮ, ਗੋਵਰਧਨ, ਰੱਬ, ਰਾਮ, ਰਹੀਮ ਸਾਰੇ ਵਰਤਨੇ, ਪਰ ਬਾਣੀ 'ਚ ਇੱਕ ਸ਼ਬਦ ਵਾਰ-ਵਾਰ ਹੁੰਦਾ ਗੁਰਮਤਿ ਨਾਮ। ਗੁਰਮਤਿ ਨਾਮ ਪਰਮੇਸ਼ਵਰ ਦੇ ਜਿਹੜੇ ਜਨ ਨੇ ਉਹ ਗੁਰੂ ਦੀ ਮਤ ਲੈ ਕੇ, ਜੋ ਸਤਿਗੁਰਾਂ ਨੇ ਕਿਹਾ ਵੀ ਆਹ ਸ਼ਬਦ ਬੋਲੋ, ਉਹ ਰਾਮ ਬੋਲਣ ਦੇ ਵਿੱਚ ਸਹਾਇਕ ਹੁੰਦੇ ਹਨ। ਜੋ ਜੋ ਸੁਣੈ ਕਹੈ ਸੋ ਮੁਕਤਾ। ਪਿਆਰਿਓ ਯਾਦ ਰੱਖਿਓ, ਜਿਹੜਾ ਜਿਹੜਾ ਪਰਮੇਸ਼ਵਰ ਦਾ ਨਾਮ ਕਹੇਗਾ, ਬੋਲੇਗਾ, ਜੋ ਜੋ ਵਾਹਿਗੁਰੂ ਜਪੇਗਾ,
ਤੇ ਜਿਹੜਾ ਜਿਹੜਾ ਉਸ ਪਰਮਾਤਮਾ ਦੇ ਨਾਮ ਨੂੰ ਸੁਣੇਗਾ, ਧੰਨ ਗੁਰੂ ਰਾਮਦਾਸ ਲਿਖ ਕੇ ਸਾਨੂੰ ਬੋਲ ਕੇ ਦੱਸਦੇ ਪਏ, ਉਹ ਬੰਦਾ ਮੁਕਤ ਹੋ ਜਾਏਗਾ। ਜਿਹੜਾ ਵੀ ਸੁਣੇਗਾ, ਜਿਹੜਾ ਵੀ ਬੋਲੇਗਾ, ਉਸ ਨੂੰ ਮੁਕਤੀ ਮਿਲੇਗੀ। ਰਾਮ ਜਪਤ ਸੋਹਾਏ। ਪਿਆਰਿਓ, ਫਿਰ ਜਿਹੜਾ ਪਰਮਾਤਮਾ ਦੇ ਰਾਮ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ, ਜਿੰਨਾ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਹੈ, ਉਨੀ ਉਹਨੂੰ ਸ਼ੋਭਾ ਮਿਲਦੀ ਏ, ਉਹਨਾਂ ਉਹ ਚੰਗਾ ਹੁੰਦਾ ਹੈ। ਰਹਾਉ। ਇਹ ਸਤਿਗੁਰਾਂ ਨੇ ਰਹਾਉ ਦੇ ਬਚਨ 2 ਤੁਕਾਂ ਉਚਾਰਨ ਕੀਤੀਆਂ ਹਨ। ਜੇ ਵੱਡ ਭਾਗ ਹੋਵਹਿ ਮੁਖ ਮਸਤਕ। ਮਹਾਰਾਜ ਜੀ ਅੱਗੇ ਬਚਨ ਕਰਦੇ ਨੇ, ਪਰ ਐਸੇ ਰਾਮ ਜਨਾਂ ਦੀ ਸੰਗਤ ਕਿਵੇਂ ਮਿਲੇ? ਮਹਾਰਾਜ ਜੀ ਬਖਸ਼ਿਸ਼ ਕਰ ਰਿਹਾ, ਜੇ ਭਾਈ ਕਿਸੇ ਦੇ ਭਾਗ ਬੜੇ ਵੱਡੇ ਹੋਣ, ਕਿਸੇ ਦੇ ਭਾਗ ਬੜੇ ਉੱਚੇ ਹੋਣ, ਬੜੀ ਪਰਮਾਤਮਾ ਦੀ ਦਇਆ ਹੋਵੇ, ਤੇ ਚੰਗੇ ਭਾਗਾਂ ਨਾਲ, ਚੰਗੇ ਮੁਖ ਮਸਤਕ ਭਾਗ ਦੇ ਨਾਲ ਇਹ ਦਾਤ ਮਿਲਦੀ ਹੈ। ਹਰ ਰਾਮ ਜਨਾ ਭੇਟਾਏ। ਹਰ ਇੱਕ ਨੂੰ ਨਹੀਂ ਮਿਲ ਸਕਦੇ ਇਹੋ ਜਿਹੇ ਬੰਦਗੀ ਕਰਨ ਵਾਲੇ ਗੁਰਮੁਖ ਜਨ, ਸੰਤ ਜਨ। ਸਾਚੇ ਵੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਪ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਮਹਾਰਾਜ ਸਤਿਗੁਰੂ ਬਚਨ ਕਰ ਰਹੇ ਆ ਕਿ ਭਾਈ ਜਿਹਦੇ ਭਾਗ ਬਹੁਤ ਵੱਡੇ ਹੋਣ, ਮੁੱਖ ਮਸਤਕ ਭਾਗ ਜਿਸ ਦੇ ਬਹੁਤ ਉੱਚੇ ਨੇ, ਤੇ ਸੱਚੇ ਪਾਤਸ਼ਾਹ ਮਿਹਰ ਕਰਦੇ ਆ ਕਿ ਉਸ ਨੂੰ ਇਹੋ ਜਿਹੇ ਰਾਮ ਜਨਾਂ ਦੀ ਸੰਗਤ ਮਿਲਦੀ ਹੈ। ਦਰਸ਼ਨ ਸੰਤ ਦੇਹੋ ਕਰ ਕਿਰਪਾ। ਇਹ ਸਤਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ, ਤੁਸੀਂ ਆਪਣੇ ਪਿਆਰੇ ਇਬਾਦਤ ਕਰਨ ਵਾਲੇ ਗੁਰਮੁਖ ਜਨ, ਉਹਨਾਂ ਗੁਰਮੁਖਾਂ ਦੀ ਸਾਨੂੰ ਸੰਗਤ ਬਖਸ਼ੋ, ਉਹਨਾਂ ਦਾ ਸਾਥ ਬਖਸ਼ੋ। ਸਭ ਦਾਲਤ ਦੁਖ ਲਹਿ ਜਾਏ। ਤੇ ਉਸ ਸੰਗਤ ਵਿੱਚ ਉਹਨਾਂ ਦੇ ਕੋਲ ਬੈਠਿਆਂ ਇੰਨੀ ਕਿਰਪਾ ਹੈ, ਜਿੰਨੇ ਵੀ ਦੁੱਖ ਨੇ, ਜਿੰਨੇ ਵੀ ਦਰਿਦਰ ਨੇ, ਜਿੰਨੇ ਵੀ ਦਾਲਦ ਨੇ, ਇਹ ਸਾਰੇ ਉਤਰ ਜਾਂਦੇ ਨੇ ਜਦੋਂ ਪ੍ਰਮਾਤਮਾ ਤੁਹਾਡੇ ਸੰਤ ਜਨਾਂ ਦੀ ਸੰਗਤ ਮਿਲਦੀ ਹੈ। ਹਰ ਕੇ ਲੋਕ ਰਾਮ ਜਨ ਨੀਕੇ। ਮਹਾਰਾਜ ਕਹਿੰਦੇ ਜਿਹੜੇ ਖਰੀ ਕੇ ਲੋਕ ਨੇ, ਪਰਮਾਤਮਾ ਦੇ ਲੋਕ ਨੇ, ਰਾਮ ਜਨ ਨੀਕੇ ਦਾ ਅਰਥ ਬਹੁਤ ਸੋਹਣੇ ਨੇ, ਬਹੁਤ ਚੰਗੇ ਨੇ ਜੀ। ਜਿਹੜੇ ਸੰਗਤ ਵਿੱਚ ਬੈਠਦੇ ਆ ਉਹ ਬਹੁਤ ਪਵਿੱਤਰ ਹਨ। ਭਾਗਹੀਣ ਨਾ ਸੁਖਾਏ। ਅਗਲੀ ਗੱਲ ਆ ਜ਼ਰੂਰ ਚੇਤੇ ਰੱਖਣੀ ਅੱਜ ਜੀ। ਵੇਖੋ ਦੂਸਰਾ ਪੱਖ ਮਹਾਰਾਜ ਦੇਣ ਲੱਗੇ ਆ। ਇੱਕ ਪਾਸੇ ਤਾਂ ਸਤਿਗੁਰੂ ਕਹਿੰਦੇ ਆ ਭਾਈ ਉਹ ਬਹੁਤ ਚੰਗੇ ਭਾਗ ਹੋਣ ਤਾਂ ਇਹੋ ਜਿਹੇ ਭਗਤ ਜਨ, ਸੰਤ ਜਨ, ਉਹਨਾਂ ਦਾ ਮਿਲਾਪ ਹੁੰਦਾ ਹੈ। ਦੂਜੇ ਪਾਸੇ ਨਾਲ ਕਹਿੰਦੇ ਨੇ ਜਿਹੜੇ ਬੰਦੇ ਭਾਗਹੀਣ ਨੇ ਨਾ, ਜਿਨ੍ਹਾਂ ਦੀ ਕਿਸਮਤ ਮਾੜੀ ਕਹਿ ਲੋ, ਜਾਂ ਜਿਨ੍ਹਾਂ ਦੇ ਭਾਗ ਚੰਗੇ ਨਹੀਂ, ਪਿਆਰਿਓ, ਉਹਨਾਂ ਨੂੰ ਇਹ ਸੰਗਤ ਨਹੀਂ ਮਿਲਦੀ। ਫਿਰ ਉਹ ਕਰਦੇ ਕੀ ਨੇ ਭਾਗਹੀਣ? ਕਿਉਂਕਿ એનર્ਜੀ ਤਾਂ ਉਹਨਾਂ ਕੋਲ ਵੀ ਹੈ, ਤਾਕਤ ਤਾਂ ਉਹਨਾਂ ਕੋਲ ਵੀ, ਉਹਨਾਂ ਨੇ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਹੈ। ਜਿਉਂ ਜਿਉਂ ਰਾਮ ਕਹੈ ਜਨ ਊਚੇ। ਪਿਆਰਿਓ, ਜਿਹੜੇ ਪਰਮਾਤਮਾ ਦੇ ਸੇਵਕ ਨੇ, ਜਿਉਂ ਜਿਉਂ ਸੱਚ ਏਵੇ ਉਹ ਰਾਮ ਰਾਮ ਬੋਲ ਕੇ, ਵਾਹਿਗੁਰੂ ਵਾਹਿਗੁਰੂ ਬੋਲ ਕੇ ਜੀਵਨ ਉੱਚਾ ਬਣ ਜਾਂਦਾ, ਉਹਨਾਂ ਦਾ ਪਵਿੱਤਰ ਜੀਵਨ ਬਣ ਜਾਂਦਾ ਹੈ। ਜਿਉਂ ਕਹਿ ਲਓ ਉੱਚੀ ਉੱਚੀ ਪਰਮਾਤਮਾ ਦੀ ਸਿਫਤ ਕਰਦੇ ਨੇ। ਜਿਹੜੇ ਭਾਗਹੀਣ ਨਿੰਦਕ ਨੇ, ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਨਰ ਨਿੰਦਕ ਡੰਸ ਲਗਾਏ। ਸੱਚ ਇਹ ਵੇ ਕਿ ਪਰਮਾਤਮਾ ਦੇ ਪਿਆਰੇ ਰਾਮ ਜਨ ਜਦੋਂ ਪਰਮੇਸ਼ਵਰ ਕਹਿ ਕੇ ਬੋਲ ਕੇ ਉੱਚਾ ਸੁੱਚਾ ਜੀਵਨ ਬਣਦਾ ਹੈ, ਜਿਹੜੇ ਬੰਦੇ ਉਹਨਾਂ ਦਾ ਮੈਂ ਕਿਹਾ ਧੁਰ ਵਿਰੋਧੀ ਨੇ, ਜਿਨ੍ਹਾਂ ਨੂੰ ਕਦੀ ਚੰਗਾ ਕੁਛ ਨਹੀਂ ਲੱਗਦਾ, ਧੁਰ ਅੰਦਰ ਤੋਂ ਪਸੰਦ ਨਹੀਂ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਨਿੰਦਕ ਬੰਦਿਆਂ ਨੂੰ ਉਸ ਜਨ ਦੀ, ਉਸ ਸੰਤ ਦੀ, ਉਸ ਗੁਰਮੁਖ ਦੀ, ਉਸ ਗੁਰਸਿੱਖ ਦੀ ਜਦੋਂ ਸੰਗਤ ਸ਼ੋਭਾ ਕਰਦੀ ਏ ਉੱਚੇ ਸੁੱਚੇ ਜੀਵਨ ਦੀ, ਉਹਨਾਂ ਨੂੰ ਇੰਜ ਦੁੱਖ ਲੱਗਦਾ ਜਿਵੇਂ ਕਿਸੇ ਨੂੰ ਜ਼ਹਿਰੀਲਾ ਸੱਪ ਡੰਗ ਮਾਰ ਜਾਂਦਾ। ਮੈਂ ਬੇਨਤੀ ਕੀਤੀ ਜੀ, ਇਹ ਸ਼ਬਦ ਆਪ ਜੀ ਹੁਕਮਨਾਮਾ ਆਇਆ, ਸਾਰੇ ਦੇਖ ਸਕਦੇ ਹੋ। ਜਦੋਂ ਪਰਮਾਤਮਾ ਦੇ ਸੇਵਕ ਜਨ ਉੱਚੇ ਜੀਵਨ ਵਾਲੇ ਉੱਚੀ ਉੱਚੀ ਪੁਕਾਰਦੇ ਨੇ, ਨਰ ਨਿੰਦਕ ਬੰਦੇ, ਉਹਨਾਂ ਨੂੰ ਜਿਵੇਂ ਸੱਪ ਨਹੀਂ ਵੜ ਜਾਂਦਾ। ਮੈਂ ਸਿੱਧੇ ਪੰਜਾਬੀ ਚ ਅਰਥ ਕਰਾਂ, ਗੁਰੂ ਰਾਮਦਾਸ ਕਹਿੰਦੇ ਸੱਪ ਲੜ ਜਾਂਦਾ ਜੀ ਉਹਨਾਂ ਨੂੰ ਡੰਗ ਵੱਜਦਾ ਕਿਸੇ ਦੀ ਸੋਭਾ ਸੁਣ ਕੇ। ਤੇ ਇਹ ਕਲਯੁਗ ਦਾ ਸਭ ਤੋਂ ਵੱਡਾ ਲੱਛਣ ਇਹ ਜੇ, मीठे को कड़वा कहे कड़वे को मीठा, राते की निंदा करें ऐसा कल मैं डीठा। महाराज शब्द वरदे आ भाई, ਜਿਹੜੇ ਨਿੰਦਕ ਨੇ ਨਾ ਉਹ ਪਰਮਾਤਮਾ ਦੇ ਨਾਮ ਨੂੰ ਤਾਂ ਕਹਿਣਗੇ ਕੌੜਾ, ਜਿਹੜਾ ਮਿੱਠਾ ਹੈ ਉਹਨੂੰ ਕਹਿਣਗੇ ਕੌੜਾ, ਐਵੇਂ ਝੂਠ, ਕਿੱਥੇ ਵਾਹਿਗੁਰੂ, ਕਿੱਥੇ ਰਾਮ, ਕਿੱਥੇ ਪ੍ਰਭੂ। ਤੇ ਜਿਹੜਾ ਦੁਨੀਆ ਦੀ ਵਾਸ਼ਨਾ ਕੌੜੀ ਏ,
ਕਹਿੰਦੇ ਨੇ ਇਹ ਜਗ ਮਿੱਠਾ ਅੱਗੇ ਕਿਨੇ ਡਿੱਠਾ। ਮਹਾਰਾਜ ਕਹਿੰਦੇ मीठे को कड़वा कहे कड़वे को मीठा, राते की निंदा करें ऐसा कल में डीठा। सच एवे परमात्मा की बंदगी करन वालियां दी जदों निंदिया कोई बंदा शुरू करदा है, समझ लो उन्होंने कलयुग ने खा लिया है। ऐसी है कलयुग की बिरती। सतगुरु कहते प्रभु के सेवक उच्चे ने, उच्चा सुच्चा जीवन है, वो जीवन कमाई जाते आ ते निंदक बंदियां नूं सच्ची लो। मैं कल भी ये चलिया सी जी निंदिया का टॉपिक, मैं आप जी नूं थोड़ी जी बेनती की सी कि वो बंदे बर्दाश्त नहीं करते। किते भी तुसीं देख लियो, मैं एक बार कहा सी जे साडे घरां च दो चीज़ां वरतदे सन, एक छज ते एक छाननी। उंज वैसे छज दे अर्थ दूजे भी ने, आपां कहें छज च पा के छड्ड दिता, पर ये दूजा अर्थ है छज च गुण बड़ा है। ये बीबियां नूं पता नहीं जिहड़े छज वरदियां रहियां घरां च, छज च तुसीं दाणे पा के उहनूं छट्टो ना ते छज पता की करदा, उहदी बनतर ऐसी ज्यों ज्यों छੱਟਨੇ आ ना उत्ते उछालने आ, वो दाने पिछा ਲਈ आउंदा, धूड़ ते रोड़ अगे कड्ढी जांदा। इहदा सुभाਅ वो गुण ग्राहक है। मैं क्या छज माड़ा नहीं, छज दाने पिछा ਲਈ आउंदा, धूड़ रोड़ मिट्टी बाहर कढदा है, ते छाननी नूं वेखो वो जिहड़ा तत्त थੱਲੇ सड़ दिंदी है ते छाण अपने कोल रख लैंदी है। सच एवे दो तरह के लोग ने जी, एक छाननी की तरह ने जिन्हां सवेर तो शाम तक छाननी लाई है। मैं कहना चलो घरां च बीबियां छाननी कोई घंटा अद्धा घंटा वरदियां, इत्थे ते बंदे 24 घंटे छाननी लाई बैठे, जिहड़ा सामने देखदा उहनूं ही ला लैंदे आ छाननी। ते कमाल दी गल, मैं कहना उन्हां दे घर भांडे किन्ने को होणगे आ बुरादा इकट्ठा करन वाले, ये अंदर किन्ने को खाने भरे होने ने जी, औगण इकट्ठे करी जांदे। एक होर बेनती मैं करांगा, गुरु ग्रंथ साहिब च एक बचन है, सन्मानयोग ज्ञानी संत सिंह जी मस्कीन, उन्हां दा परिवार भी आया होया, उन्हां दी एक ये बड़ी सोहनी घटना है निंदा बारे। उन्हां दे बचन है जी, मैं तां कहण लगा, वो कहंदे निंदक नूं गुरबाणी च मां प्यो क्या है, निंदो निंदो मोको लोग निंदो, निंदा जन को खरी प्यारी, निंदा बाप निंदा महतारी। हमाल दी गल, एक पासे निंदक दी बस करा दित्ती। आ जिहड़ी 13वीं पौड़ी है ना, ज्ञानी मान सिंह चौर कहते सन भी सच्ची उन्हां दी गल, वो कहंदे ने भी जदों पौड़ी पढ़ना कहता इक्को ही निचोड़ निकलता, महाराज कहते पर निंदका तेरा बेड़ा ही गर्क। सिजे शब्द वरते, कह लगे यही है, पर एक पासे कह दिता बई निंदक मां प्यो है, मां प्यो नाल तुलना रब नूं दित्ती जी, हर जी माता हर जी पिता क्या। पर इत्थे महाराज जी ने भगत जी ने कहा निंदो निंदो मोको लोग निंदो, निंदा जन को खरी प्यारी, निंदा बाप निंदा महतारी। कहते पता क्यों माँ बाप क्या मस्कीन जी लिखते आ, कहते ने मापे ਜਿਹੜੇ ਨੇ ਉਹ ਹੱਥਾਂ ਨਾਲ ਮੈਲ ਧੋਂਦੇ ਨੇ ਨਿਆਣੇ ਦੀ, ਜਿਹੜਾ ਨਿੰਦਕ ਬੰਦਾ ਹੈ ਨਾ ਉਹ ਰੋਜ਼ ਆਪਣੀ ਜ਼ਬਾਨ ਨਾਲ ਮੈਲ ਧੋਂਦਾ ਹੈ। ਇਸ ਕਰਕੇ ਕਿੱਡਾ ਸਿਆਣਾ, ਮਾਂ ਤੋਂ ਵੱਧ ਖਿਆਲ ਰੱਖਦਾ ਬੰਦੇ ਦਾ ਵੀ ਇਹਨੂੰ ਮੈਲ ਨਹੀਂ ਲੱਗਣ ਦੇਣੀ। ਇੱਥੇ ਸਤਿਗੁਰਾਂ ਨੇ ਕਿਹਾ ਭਾਈ ਜਿਉਂ ਜਿਉਂ ਨਿੰਦਿਆ ਕਰਦੇ ਆ ਨਿੰਦਕ ਬੰਦੇ, ਸ਼ੋਭਾ ਵੇਖ ਕੇ ਉਹਨਾਂ ਨੂੰ ਸੱਪ ਡੰਗ ਮਾਰਦਾ ਹੈ। ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਭਾਏ। ਅੱਗੇ ਹੁਣ ਗੁਰੂ ਰਾਮਦਾਸ ਕਹਿੰਦੇ ਨੇ ਤਰਕਾਰ ਹੈ ਲਾਨਤ ਹੈ ਉਹਨਾਂ ਨਿੰਦਕ ਬੰਦਿਆਂ ਦੇ ਜੀਵਨ ਤੇ। ਵਾਹਿਗੁਰੂ ਮੈਂ ਕਹਿੰਦਾ ਏਦੂ ਵੱਡੀ ਗੱਲ ਤੇ ਕੋਈ ਹੋਰ ਹੋਣੀ ਨਹੀਂ, ਕਿਹਨੂੰ ਕੋਈ ਸਪਸ਼ਟੀਕਰਨ ਦੇਗਾ। ਵੇਖੋ ਕਹਿੰਦੇ ਤਰਕਾਰ ਹੈ ਉਹਨਾਂ ਨਰ ਨਿੰਦਕਾਂ ਨੂੰ, ਹਰ ਕੇ ਸਖਾ ਸਖਾਏ। ਉਹਨਾਂ ਨੂੰ ਪਰਮਾਤਮਾ ਦੇ ਸੇਵਕ ਨਹੀਂ ਚੰਗੇ ਲੱਗਦੇ, ਜਿਹੜੇ ਖਰੀ ਦੇ ਸਖਾ ਨੇ, ਖਰੀ ਦੇ ਮਿੱਤਰ ਨੇ, ਪਰਮਾਤਮਾ ਚ ਮਿਲੇ ਹੋਏ ਹਨ। ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ। ਵਾਹਿਗੁਰੂ ਵਾਹਿਗੁਰੂ ਏਡੇ ਸ਼ਬਦ ਕਹਿੰਦੇ ਜਿਹੜੇ ਬੰਦੇ ਕਿਸੇ ਦੀ ਸ਼ੋਭਾ ਵੇਖ ਕੇ ਭਗਤੀ ਵਾਲੇ ਦੀ ਨਿੰਦਿਆ ਕਰਦੇ ਨੇ ਨਾ, ਕਹਿੰਦੇ ਨੇ ਉਹ ਪਰਮਾਤਮਾ ਦੇ ਘਰ ਦੇ ਚੋਰ ਨੇ। ਅਗਲਾ ਬਚਨ ਕਹਿਣ ਲੱਗੇ ਇੱਥੇ ਤਾਂ ਧੜੇ ਬਣਾ ਕੇ ਰਜ ਰਜ ਕੇ ਨਿੰਦਿਆ ਕਰਦੇ ਹੋ, ਇਹ ਧੜੇ ਚੋਂ ਕਿਸੇ ਤੁਹਾਡੇ ਨਾਲ ਨਹੀਂ ਮਰਨਾ, ਰੱਬ ਦੇ ਘਰ 'ਚ ਤੁਹਾਡੇ ਮੂੰਹ ਕਾਲੇ ਹੋਣੇ ਨੇ। ਵੇਖੋ ਇਹ ਸ਼ਬਦ ਮੈਂ ਨਹੀਂ, ਦੁਬਾਰਾ ਤੁਕ ਪੜੋ ਭਾਈ ਸਾਹਿਬ ਜੀ। ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ। ਉਹ ਖਰੀ ਦੇ ਚੋਰ ਨੇ, ਬੇਮੁਖ ਨੇ, ਉਹਨਾਂ ਦੇ ਮੂੰਹ ਕਾਲੇ ਹੋ ਗਏ ਜਿਹੜੇ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦੀ ਨਿੰਦਿਆ ਕਰ ਰਹੇ ਹਨ। ਜਿਨ ਗੁਰ ਕੀ ਪੈਜ ਨਾ ਪਾਏ। ਪਿਆਰਿਓ ਜਿਨ੍ਹਾਂ ਨੂੰ ਗੁਰੂ ਦੀ ਇੱਜ਼ਤ ਨਹੀਂ ਚੰਗੀ ਲੱਗਦੀ, ਜਿਨ੍ਹਾਂ ਨੂੰ ਗੁਰੂ ਦੀ ਸ਼ੋਭਾ ਨਹੀਂ ਚੰਗੀ ਲੱਗਦੀ, ਸੱਚੀ ਜੇ ਮੈਂ ਕਹਿੰਦਾ ਜੋ ਕੁਝ ਅੱਜ ਵਰਤਾਰਾ ਸਦੀਆਂ ਪਹਿਲਾਂ ਮਹਾਰਾਜ ਕਹਿ ਗਏ। ਗੁਰੂ ਜੀ ਦੀ ਕੋਈ ਗੱਲ ਹੋਵੇ ਉਹਨੂੰ ਖਿੱਚ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ,
ਮਹਾਰਾਜ ਜੀ ਕਹਿੰਦੇ ਕਿੰਨੇ ਭੈੜੇ ਭਾਗ ਹੋ ਜਿਨ੍ਹਾਂ ਨੂੰ ਗੁਰੂ ਦੀ ਸ਼ੋਭਾ ਨਹੀਂ ਚੰਗੀ ਲੱਗਦੀ, ਗੁਰੂ ਦੀ ਵਡਿਆਈ ਨਹੀਂ ਪਾਉਂਦੀ। ਦਇਆ ਦਇਆ ਕਰ ਰਾਖੋ ਹਰ ਜੀਓ। ਅੱਗੇ ਹੁਣ ਧੰਨ ਗੁਰੂ ਰਾਮਦਾਸ ਬੇਨਤੀ ਕਰ ਰਿਹਾ। ਅੱਜ ਸਤਿਗੁਰੂ ਕਹਿ ਰਹੇ ਨੇ ਦਇਆ ਦਇਆ, ਵਾਹਿਗੁਰੂ ਜੀ ਮਿਹਰ ਕਰੋ, ਵਾਹਿਗੁਰੂ ਜੀ ਤਰਸ ਕਰੋ, ਪਰਮਾਤਮਾ ਜੀ ਸਾਡੇ ਤੇ ਕਿਰਪਾ ਕਰ ਦੇਵੋ। ਹਮ ਦੀਨ ਤੇਰੀ ਸਰਣਾਏ। ਅਸੀਂ ਗਰੀਬ, ਅਸੀਂ ਮੰਗਤੇ, ਅਸੀਂ ਆਜਿਜ਼, ਅਸੀਂ ਭਿਖਾਰੀ, ਅਸੀਂ ਮਸਕੀਨ ਤੇਰੇ ਦਰ ਤੇ ਆਏ ਖਾਂ, ਤੁਸੀਂ ਸਾਡੇ ਤੇ ਦਇਆ ਕਰ ਦਿਓ ਸਤਿਗੁਰੂ ਜੀ, ਮਿਹਰ ਕਰੋ। ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ। ਇਹ ਵਾਹਿਗੁਰੂ ਜੀ ਤੁਸੀਂ ਸਾਡੇ ਪਿਤਾ ਜੀ ਹੋ, ਅਸੀਂ ਤੁਹਾਡੇ ਬਾਰਕ ਬੱਚੇ ਖਾਂ। ਜਨ ਨਾਨਕ ਬਖਸ਼ ਮਿਲਾਏ। ਇਹ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ, ਸਾਡੇ ਤੇ ਦਇਆ ਕਰੋ, ਸਾਡੀ ਜ਼ਿੰਦਗੀ ਦਾ ਸੁਭਾਅ ਬਣਾ ਦਿਓ ਬੰਦਗੀ ਕਰਨ ਵਾਲਿਆਂ ਦੀ ਸੰਗਤ, ਸਾਡਾ ਸੁਭਾਅ ਬਣਾ ਦਿਓ ਗੁਰੂ ਪ੍ਰਤੀ ਸ਼ਰਧਾ, ਸਾਡਾ ਸੁਭਾਅ ਬਣਾ ਦਿਓ ਗੁਰੂ ਦੇ ਗੁਣ ਗਾਉਣੇ, ਸਾਡਾ ਸੁਭਾਅ ਬਣਾ ਦਿਓ ਬੰਦਗੀ ਕਰਨ ਵਾਲਿਆਂ ਨੂੰ ਦਿਲੋਂ ਮੁਹੱਬਤ ਕਰਨੀ। ਕਿ ਵਾਹਿਗੁਰੂ ਜੀ ਤੁਸੀਂ ਦਇਆ ਕਰੋ। ਤੁਕ ਫਿਰ ਪੜੋ ਜੀ। ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ। ਇਹ ਵਾਹਿਗੁਰੂ ਜੀ ਅਸੀਂ ਤੁਹਾਡੇ ਬੱਚੇ ਹਾਂ, ਤੁਸੀਂ ਸਾਡੇ ਪਿਤਾ ਜੀ ਹੋ। ਜਨ ਨਾਨਕ ਬਖਸ਼ ਮਿਲਾਏ। ਦਾਸ ਨਾਨਕ ਧੰਨ ਗੁਰੂ ਰਾਮਦਾਸ ਤੁਸੀਂ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਓ। ਮੈਂ ਇੱਕ ਬੇਨਤੀ, ਕਿਉਂਕਿ ਸਨਮਾਨਯੋਗ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ, ਸਮੁੱਚਾ ਸਟਾਫ, ਮੈਨੇਜਰ ਸਾਹਿਬ, ਸਕੱਤਰ ਸਾਹਿਬ, ਵੇਖੋ ਇਹ ਸ਼ਬਦ ਸਟੇਜ ਤੋਂ ਕਹਿੰਦੇ ਆ, ਮੈਨੂੰ ਪਤਾ ਬੜੇ ਭੈੜੇ ਸ਼ਬਦ ਲੋਕੀ ਬਦਲਦੇ ਆ। ਜਿਸ ਬੰਦੇ ਨੂੰ ਇਖਲਾਕੀ ਸ਼ਬਦਾਵਲੀ ਵੀ ਜਿਹਦੇ ਕੋਲ ਨਹੀਂ ਨਾ, ਉਹ ਫਿਰ ਸਿੱਖ ਵੀ ਕਾਹਦਾ ਹੈ। ਸਨਮਾਨਯੋਗ ਸਿੰਘ ਸਾਹਿਬ, ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਉਹ ਵੀ ਆਏ ਆ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ। ਮੈਂ ਸਮੁੱਚੇ ਸਟਾਫ ਦਾ, ਸਮੁੱਚੇ ਪ੍ਰਬੰਧ ਦਾ ਜੀ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ। ਤੁਸੀਂ ਬਹੁਤ ਪਿਆਰ ਕੀਤਾ ਤੇ ਧੰਨ ਗੁਰੂ ਰਾਮਦਾਸ ਦਾ ਸਾਰੇ ਸ਼ੁਕਰ ਕਰੀਏ ਜਿਨ੍ਹਾਂ ਤਰਸ ਕਰਕੇ ਸਾਨੂੰ ਆਪਣੀ ਚਰਨ ਸ਼ਰਨ ਬਖਸ਼ੀ, ਬਸ ਉਹਦੇ ਸ਼ੁਕਰ ਜੀ। ਤੇ ਮੈਂ ਅੱਜ ਇਹੀ ਕਹਿਣਾ, ਸੱਚੇ ਪਾਤਸ਼ਾਹ ਜੋ ਆਪ ਜੀ ਅੱਜ ਕਹਿ ਰਹੇ ਹੋ ਦਇਆ ਦਇਆ ਕਰੋ, ਅਸੀਂ ਬੱਚੇ ਹਾਂ ਸਾਨੂੰ ਬਖਸ਼ ਲਓ। ਸਤਿਗੁਰੂ ਇਹ ਸਾਡੀ ਬੇਨਤੀ ਹੈ, ਸਾਡੇ ਤੇ ਦਇਆ ਕਰੋ, ਦਇਆ ਕਰੋ। ਗੁਰੂ ਰਾਮਦਾਸ ਤੁਸੀਂ ਸਾਡੇ ਪਿਤਾ ਹੋ, ਸਾਨੂੰ ਬੱਚਿਆਂ ਨੂੰ ਬਖਸ਼ ਲਵੋ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਆਖੇ। ਅਸੀਂ ਗਰੀਬ ਹਾਂ, ਅਸੀਂ ਮਸਕੀਨ ਹਾਂ, ਤੁਸੀਂ ਸਭ ਤੋਂ ਵੱਡੇ ਹੋ, ਸਭ ਤੋਂ ਵੱਡਿਆ ਸਾਨੂੰ ਕਿਰਪਾ ਕਰਕੇ ਰੱਖ ਲੈ। ਧੰਨ ਗੁਰੂ ਰਾਮਦਾਸ ਜੀ ਦਾ ਕੋਟਾਨ ਕੋਟ ਸ਼ੁਕਰ ਪਿਆਰਿਓ, ਰੋਮ ਰੋਮ ਕਰਕੇ ਸ਼ੁਕਰ, ਜਿਨ੍ਹਾਂ ਨੇ ਇੰਨੇ ਦਿਨ ਤਰਸ ਕਰਕੇ ਆਪਣੀਆਂ ਸਿਫਤਾਂ ਆਪ ਕਰਾਈਆਂ। ਹਾਂ ਮੇਰੇ ਤੋਂ ਇੰਨੇ ਦਿਨ ਬੋਲਦਿਆਂ ਤਕਰੀਬਨ 16ਵਾਂ ਦਿਨ ਹੈ ਜੀ। ਘਰਾਂ 'ਚ ਬੈਠੇ, ਇੱਥੇ ਬੈਠੇ, ਜਿਹੜਾ ਸ਼ਬਦ ਮੇਰੇ ਤੋਂ ਅਸ਼ਰਧਾ ਵਾਲਾ ਜਾਂ ਤੁਹਾਨੂੰ ਚੰਗਾ ਨਾ ਲੱਗਾ ਹੋਵੇ, ਮੈਂ ਤੁਹਾਡੇ ਸਭ ਤੋਂ ਖਿਮਾ ਮੰਗਣਾ, ਹੱਥ ਜੋੜ ਕੇ ਦਿਲੋਂ ਮੰਗਣਾ, ਵਿਖਾਵੇ ਦਿਨ। ਦੂਜੀ ਗੱਲ, ਜਦੋਂ ਪਰਿਕਰਮਾ ਜਾਂਦੇ ਸਾਂ, ਕਿਉਂਕਿ ਇਹ ਦਿਨ ਮੇਰੇ ਲਈ ਬਹੁਤ ਕੀਮਤੀ ਹੁੰਦੇ ਆ, ਮੇਰੀ ਇੱਛਾ ਹੁੰਦੀ ਹੈ ਮਹਾਰਾਜ ਦੇ ਚਰਨਾਂ 'ਚ ਵੱਧ ਤੋਂ ਵੱਧ ਗੁਰਦੇਵ ਦੀ ਪਰਿਕਰਮਾ 'ਚ ਸੇਵਾ ਕਰ ਲਈਏ, ਭਾਂਡਿਆਂ 'ਚ ਕਰ ਲਈਏ। ਸੰਗਤ ਫਤਿਹ ਬੁਲਾਉਂਦੀ ਹੈ, ਕਈ ਵਾਰੀ ਧਿਆਨ ਨਹੀਂ ਦਿੱਤਾ ਜਾਂਦਾ ਭੀੜ 'ਚ, ਤੇ ਜੇ ਉਹਨਾਂ ਦਾ ਮੈਂ ਜਵਾਬ ਨਾ ਦਿੱਤਾ ਹੋਵੇ ਫਤਿਹ ਦਾ, ਉਹ ਵੀ ਮੈਨੂੰ ਜ਼ਰੂਰ ਬਖਸ਼ ਦੇ, ਕਿਉਂਕਿ ਸਿੱਖ ਫਤਿਹ ਬੁਲਾਏ ਉਹਦਾ ਜਵਾਬ ਦੇਣਾ ਚਾਹੀਦਾ ਹੈ। ਤੀਸਰੀ ਬੇਨਤੀ ਜਿਹੜੀ ਅਤ ਜ਼ਰੂਰੀ ਹੈ, ਵੇਖੋ ਸਰੀਰ ਇੱਕ ਹੈ, ਪ੍ਰੋਗਰਾਮ ਬਹੁਤ ਹੁੰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਗਰਾਮ ਬਣਾਉਂਦੀ ਹੈ ਜੀ, ਆਪਾਂ ਸਹਿਯੋਗ ਦਈਏ। ਇੱਕ ਤਾਂ ਨਾਰਾਜ਼ ਨਾ ਹੋਈਏ ਤੇ ਦੂਜਾ ਗੁੱਸੇ ਨਾ ਹੋਇਆ ਕਰੀਏ ਜੇ ਪ੍ਰੋਗਰਾਮ ਨਹੀਂ ਮਿਲਿਆ, ਕਿਉਂਕਿ ਇਸ ਸਰੀਰ ਨੇ ਜੇ ਇਹ ਤਾਂ ਪਰਮੇਸ਼ਵਰ ਦੇ ਹੱਥ 'ਚ ਹੀ, ਜੇ ਆਪਾਂ ਇਹਨੂੰ ਥੋੜ੍ਹਾ ਜਿਹਾ ਸੰਭਾਲਾਂਗੇ ਤੇ 4 ਦਿਨ ਵੱਧ ਗੁਰੂ ਦੀ ਗੱਲ ਕਰ ਲਾਂਗੇ। ਇਸ ਕਰਕੇ ਜਿਨ੍ਹਾਂ ਨੂੰ ਟਾਈਮ ਨਹੀਂ ਵੀ ਮਿਲਿਆ, ਪਲੀਜ਼ ਸਮੇਂ ਅਨੁਸਾਰ ਟਾਈਮ ਜ਼ਰੂਰ ਦਰਸ਼ਨ ਕਰਾਂਗਾ, ਉਹ ਬਖਸ਼ ਦੇਣ। ਪਿਆਰਿਓ ਆਓ ਅੱਜ ਸਾਰੇ ਥੋੜ੍ਹਾ ਜਿਹਾ ਨਾਮ ਜਪ ਲਈਏ। ਵੱਧ ਸਾਰੇ ਗੁਰੂ ਰਾਮਦਾਸ ਤੁਹਾਡਾ ਸ਼ੁਕਰਾਨਾ। ਮੈਂ ਪ੍ਰਧਾਨ ਜੀ ਸਿੰਘ ਸਾਹਿਬ ਜੀ, ਇੱਥੋਂ ਦੇ ਸਮੁੱਚੇ ਸਟਾਫ ਦਾ ਜੀ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਤੇ ਅਰਦਾਸ ਜ਼ਰੂਰ ਕਰਿਓ, ਧੰਨ ਗੁਰੂ ਰਾਮਦਾਸ ਜੀ ਜੋ ਕਹਾਉਂਦੇ ਹੋ ਉਹ ਜੀਵਨ ਬਖਸ਼ ਦਿਓ, ਸੱਚੀ ਲਓ, ਕਿਉਂਕਿ ਸੰਗਤ ਦੀ ਅਰਦਾਸ ਕਦੀ ਨਹੀਂ ਗੁਰੂ ਮੋੜਦਾ ਜੀ। ਮੈਂ ਕਈ ਵਾਰੀ ਸੋਚਣਾ
ਬੰਦਾ ਗਲਤੀ ਕਰ ਲੈਣਾ ਜੀ, ਕਈ ਵਾਰੀ ਨਿਆਣਾ ਇੰਨੀ ਗਲਤੀ ਕਰਦਾ, ਮਾਪੇ ਕਹਿੰਦੇ ਚੱਲ ਅੱਜ ਤੋਂ ਬਾਅਦ ਮੂੰਹ ਨਹੀਂ ਲੱਗਣਾ। ਉਹ ਫਿਰ ਜਦੋਂ ਪਛਤਾਵੇ 'ਚ ਆਉਂਦਾ ਹੈ ਨਾ, ਫਿਰ ਉਹ ਆਪਣੀ ਬਰਾਦਰੀ ਇਕੱਠੀ ਕਰਦਾ, ਚਾਚੇ ਤਾਏ ਮਾਮੇ ਸਾਰੇ ਇਕੱਠੇ ਕਰ ਲੈਂਦਾ, ਜਾ ਕੇ ਕਹਿੰਦਾ ਹੈ ਮੈਂ ਗਲਤੀ ਤਾਂ ਬੜੀ ਕੀਤੀ। ਬਰਾਦਰੀ ਦੀ ਨਹੀਂ ਕਦੀ ਮੋੜਦਾ। ਮੇਰੇ ਬਾਪੂ ਨੂੰ ਕਹੋ ਮੈਂ ਪੁੱਤ ਤਾਂ ਤੇਰਾ ਹੀ ਆ ਨਾ। ਇਹ ਸੰਗਤ ਗੁਰੂ ਕੀ ਬਰਾਦਰੀ ਹੈ ਪਿਆਰਿਓ। ਤੁਸੀਂ ਗੁਰੂ ਰਾਮਦਾਸ ਨੂੰ ਕਿਹਾ ਜੇ ਸੱਚੇ ਪਾਤਸ਼ਾਹ ਬਹੁਤ ਭੁੱਲਾਂ ਕੀਤੀਆਂ, ਸਾਨੂੰ ਬਖਸ਼ ਦਿਆ ਜੇ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਥੋੜ੍ਹਾ ਜਿਹਾ ਆਪਾਂ ਨਾਮ ਜਪ ਲੀਜੇ, ਸਾਰੇ ਕਿਰਪਾ ਕਰਿਓ। ਮੈਂ ਕੱਲ੍ਹ ਵੀ ਕਿਹਾ ਸੀ ਬੰਦੀ ਸਿੰਘਾਂ ਲਈ, ਇਹ ਸਿੰਘ ਸਾਹਿਬ ਵੀ ਕੱਲ੍ਹ ਬੋਲੇ ਆ, ਪਰ ਪਿਆਰਿਓ ਉਦਮ ਕਰੋ ਇਸ ਮਸਲੇ ਤੇ ਆ ਕੇ ਸਾਰੇ ਇੱਕ ਹੋ ਜਾਓ। ਮੇਰੀ ਹੱਥ ਜੋੜ ਕੇ ਬੇਨਤੀ ਹੈ। ਦੂਸਰਾ, ਸ਼੍ਰੋਮਣੀ ਕਮੇਟੀ ਦੀ ਚੋਣਾਂ ਹੋਣੀਆਂ ਨੇ, ਇਹ ਵੈਸੇ ਮੈਂ ਆਪਣੇ ਕੋਲੋਂ ਕਹਿਣ ਲੱਗਾ ਬੋਰਡ ਜ਼ਰੂਰ ਬਣਵਾਓ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਸੁਸਾਇਟੀਆਂ ਗੁਰਦੁਆਰੇ ਮਹੱਲੇ ਸੁਸਾਇਟੀ, ਤੁਸੀਂ ਆਪਣਾ ਫਰਜ਼ ਆਪ ਸਮਝੋ। ਸਤਿਗੁਰੂ ਕਿਰਪਾ ਕਰੇ। ਆਓ ਜੀ 3 ਹਿੱਸਿਆਂ ਵਿੱਚ, ਜਿਵੇਂ ਰੋਜ਼ ਆਪ ਜੀ ਅਸੀਸ ਦਿੰਦੇ ਹੋ, ਕਰੋ ਕਿਰਪਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਸਿੰਘ ਬੋਲੋ ਪਹਿਲਾਂ। ਬੀਬੀਆਂ ਭੈਣਾਂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਾਧ ਸੰਗਤ ਵਿਚਾਰ ਕਰਦਿਆਂ ਬਹੁਤ ਭੁੱਲਾਂ ਹੋਈਆਂ। ਆਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅੱਜ ਦੇ ਪਵਿੱਤਰ ਇਸ ਮੁੱਖ ਵਾਕ ਦੀਆਂ ਅੰਤਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ। ਦਇਆ ਦਇਆ ਕਰ ਰਾਖੋ ਹਰ ਜੀਓ, ਹਮ ਦੀਨ ਤੇਰੀ ਸਰਣਾਏ। ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ